ਤੇਰੀ ਰਾਗ ਮਹਿਲਾ ਪੰਜਵਾਂ। ਸਭੇ ਥੋਕ ਪ੍ਰਾਪਤੇ ਜੇ ਆਵੇ ਇੱਕ ਹੱਥ, ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ, ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮਤ। ਸਭੇ ਥੋਕ ਦਾ ਮਤਲਬ ਸਾਰੀਆਂ ਚੀਜ਼ਾਂ, ਸਾਰੇ ਪਦਾਰਥ, ਸਾਰੇ ਪਦਾਰਥਾਂ ਤੋਂ ਪੈਦਾ ਹੋਏ ਸੁਖ। ਪ੍ਰਾਪਤੇ ਦਾ ਮਤਲਬ ਪ੍ਰਾਪਤ ਹੋ ਜਾਂਦੇ ਨੇ। ਹੱਥ ਦਾ ਮਤਲਬ ਹੱਥ ਵਿੱਚ ਆ ਜਾਏ, ਯਾਨੀ ਜੇ ਮਿਲ ਜਾਏ। ਹੱਥ ਵਿੱਚ ਆ ਜਾਏ ਦਾ ਮਤਲਬ ਜੇ ਮਿਲ ਜਾਏ। ਇੱਕ ਦਾ ਮਤਲਬ ਇੱਕ ਪ੍ਰਭੂ। ਤਾਂ ਸਭੇ ਥੋਕ ਪ੍ਰਾਪਤੇ, ਗੁਰੂ ਜੀ ਕਹਿੰਦੇ ਨੇ ਸਾਰੀਆਂ ਵਸਤੂਆਂ ਜੋ ਪ੍ਰਾਪਤ ਹੋਈਆਂ ਨੇ, ਇਹਨਾਂ ਨੂੰ ਪ੍ਰਾਪਤ ਹੋਈਆਂ ਤਾਂ ਸਮਝੋ, ਇਹਨਾਂ ਤੋਂ ਸੁਖ ਸ਼ਾਂਤੀ ਤਾਂ ਪੈਦਾ ਹੋਏਗੀ ਜੇ ਆਵੇ ਇੱਕ ਹੱਥ, ਜੇ ਇੱਕ ਪ੍ਰਭੂ ਸਾਡੇ ਵਸ ਵਿੱਚ ਆ ਜਾਏ, ਜੇ ਸਾਡੀ ਸੋਚ ਦੇ ਅੰਦਰ ਇੱਕ ਰੱਬ ਵਸ ਜਾਏ, ਤਾਂ ਫਿਰ ਸਮਝ ਲਓ ਸਾਰੇ ਹੀ ਪਦਾਰਥ ਮਿਲ ਗਏ। ਸਾਰੇ ਪਦਾਰਥਾਂ ਤੋਂ ਪੈਦਾ ਜਿਹੜੀਆਂ ਖੁਸ਼ੀਆਂ ਨੇ ਉਹ ਖੁਸ਼ੀਆਂ ਮਿਲ ਗਈਆਂ। ਜੇ ਇੱਕ ਪ੍ਰਭੂ ਤੁਹਾਡੇ ਵਸ ਵਿੱਚ ਆ ਜਾਏ, ਤੁਹਾਡੇ ਹਿਰਦੇ ਵਿੱਚ, ਤੁਹਾਡੀ ਸੋਚ ਅੰਦਰ ਵਸ ਜਾਏ। ਹੁਣ ਇੱਕ ਪ੍ਰਭੂ ਹੱਥ ਵਿੱਚ ਆ ਜਾਏ, ਵਸ ਜਾਏ ਦਾ ਮਤਲਬ ਕਿ ਜੇ ਅਸੀਂ ਤਨ ਮਨ ਔਰ ਬਚਨ ਕਰਕੇ ਇੱਕ ਹੋ ਜਾਈਏ, ਯਾਨੀ ਮਨ ਬਚਨ ਔਰ ਕਰਮ ਕਰਕੇ ਬੰਦਾ ਇੱਕ ਹੋ ਜਾਏ, ਸੱਚ ਦੇ ਨਾਲ ਜੁੜ ਜਾਏ, ਬੰਦਾ ਅੰਦਰੋਂ ਬਾਹਰੋਂ ਇੱਕ ਹੋ ਜਾਏ, ਸਾਰਿਆਂ ਦੇ ਨਾਲ ਬਿਹੇਵੀਅਰ ਇੱਕ ਜੈਸਾ ਹੋ ਜਾਏ, ਇੱਕ ਪ੍ਰਭੂ ਦੀ ਰਜ਼ਾ, ਇੱਕ ਪ੍ਰਭੂ ਦੇ ਗੁਣ ਜਦੋਂ ਮੇਰੇ ਅੰਦਰ ਵਸ ਜਾਂਦੇ ਨੇ, ਤਾਂ ਉਦੋਂ ਸਮਝ ਲਓ ਮੈਨੂੰ ਸਾਰੀਆਂ ਹੀ ਵਸਤੂਆਂ ਪ੍ਰਾਪਤ ਹੋ ਗਈਆਂ। ਫਿਰ ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਰਹਿ ਜਾਂਦੀ। ਫਿਰ ਇਹ ਵਸਤੂਆਂ ਪ੍ਰਾਪਤ ਹੋਈਆਂ ਸਫਲ ਹੋ ਜਾਂਦੀਆਂ ਨੇ। ਫਿਰ ਇਹਨਾਂ ਚੋਂ ਸੁਖ ਔਰ ਖੁਸ਼ੀ ਉਪਜਦੀ ਹੈ। ਜਨਮ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ। ਕਥ ਦਾ ਮਤਲਬ ਕਿ ਮੈਂ ਕਥਾਂ ਉਚਾਰਾਂ, ਬੋਲਾਂ। ਸੱਚਾ ਸ਼ਬਦ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਪ੍ਰਭੂ ਦਾ ਹੁਕਮ। ਜਨਮ ਪਦਾਰਥ ਦਾ ਮਤਲਬ ਕੀਮਤੀ ਜਨਮ। ਇਹ ਜੋ ਮਨੁੱਖਾ ਜਨਮ ਹੈ ਬੜਾ ਕੀਮਤੀ ਹੈ, ਤੇ ਇਹ ਸਫਲ ਤਾਂ ਹੈ, ਇਹਨੂੰ ਮਿਲਿਆ ਤਾਂ ਜਾਣਾ ਜੇ ਮੈਂ ਪ੍ਰਭੂ ਦੀ ਸਿਫਤ ਸਲਾਹ ਉਚਾਰਨ ਕਰਾਂ, ਰੱਬੀ ਗੁਣਾਂ ਦਾ ਧਾਰਨੀ ਹੋਵਾਂ। ਜੇ ਮੈਂ ਜ਼ਬਾਨ ਦੇ ਨਾਲ ਸੱਚ ਬੋਲਾਂ, ਨਿਰਭੈਤਾ ਨਿਰਵੈਰਤਾ ਦੀ ਗੱਲ ਕਰਾਂ, ਜੇ ਮੇਰੀ ਜ਼ਬਾਨ ਤੇ ਸੱਚ ਹੋਵੇ, ਜੇ ਮੈਂ ਸੱਚ ਦਾ ਧਾਰਨੀ ਹੋਵਾਂ, ਤਾਂ ਇਹ ਮਨੁੱਖਾ ਜਨਮ ਸਫਲ ਹੈ, ਤਾਂ ਇਹਨੂੰ ਪਾਇਆ ਜਾਣੋ। ਤੇ ਜੇ ਬੰਦੇ ਦੀ ਜ਼ਿੰਦਗੀ ਵਿੱਚ ਸੱਚ ਨਹੀਂ ਹੈ, ਜੇ ਸ਼ੁਭ ਗੁਣਾਂ ਦੇ ਨਾਲ ਨਹੀਂ ਜੁੜਿਆ, ਤਾਂ ਫਿਰ ਸਰੀਰ ਤਾਂ ਪਸ਼ੂਆਂ ਨੂੰ ਮਿਲਿਆ ਹੀ ਹੋਇਆ ਹੈ। ਫਿਰ ਤਾਂ ਗੁਰੂ ਜੀ ਕਹਿੰਦੇ ਨੇ ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸੁ ਢੋਰ, ਕਿ ਆਉਣ ਨੂੰ ਤੇ ਸਾਰੇ ਹੀ ਸ੍ਰਿਸ਼ਟੀ ਵਿੱਚ ਆਏ ਨੇ। ਜੇ ਸੱਚ ਨੂੰ ਨਹੀਂ ਸਮਝਿਆ, ਜੇ ਆਤਮਿਕ ਜੀਵਨ ਦੀ ਸਮਝ ਨਹੀਂ ਆਈ, ਤਾਂ ਫਿਰ ਬੰਦਾ ਜਿਹੜਾ ਡੰਗਰਾਂ ਵਰਗਾ ਹੀ ਹੋ ਗਿਆ। ਕਰਤੂਤ ਪਸ਼ੂ ਕੀ ਮਾਨਸ ਜਾਤ ਵਾਲੀ ਅਵਸਥਾ ਬਣ ਜਾਏਗੀ। ਤਾਂ ਇਹ ਜੀਵਨ ਤਾਂ ਸਫਲਾ, ਇਹਨੂੰ ਤਾਂ ਪਾਇਆ ਜਾਣੋ ਮਨੁੱਖਾ ਸਰੀਰ ਨੂੰ, ਜੇਕਰ ਸੱਚ ਦੇ ਨਾਲ ਅਸੀਂ ਜੁੜਦੇ ਹਾਂ, ਜੇ ਪ੍ਰਭੂ ਦੀ ਸਿਫਤ ਸਲਾਹ ਉਚਾਰਨ ਕਰਦੇ ਹਾਂ। ਗੁਰ ਤੇ ਮਹਿਲ ਪ੍ਰਾਪਤੇ, ਇੱਥੇ ਮਹਿਲ ਦਾ ਮਤਲਬ ਹੈ ਟਿਕਾਣਾ। ਇਹ ਜਿਹੜਾ ਸੱਚ ਦਾ ਟਿਕਾਣਾ ਹੈ, ਸੱਚ ਦੇ ਵਿੱਚ ਜੋ ਵਸਣਾ ਹੈ, ਇਹ ਕਿਵੇਂ ਮਿਲੇਗਾ? ਗੁਰ ਤੇ। ਗੁਰ ਤੇ ਦਾ ਮਤਲਬ ਗੁਰੂ ਦੇ ਰਾਹੀਂ। ਗੁਰੂ ਦੇ ਰਾਹੀਂ ਪ੍ਰਭੂ ਦੇ ਚਰਨਾਂ ਵਿੱਚ ਨਿਵਾਸ ਮਿਲਦਾ ਹੈ। ਗੁਰੂ ਦੇ ਰਾਹੀਂ ਐਸੀ ਸੋਚ ਮਿਲਦੀ ਹੈ, ਜਿਹੜਾ ਪ੍ਰਭੂ ਦੇ ਨਾਲ ਜੁੜਨਾ ਹੈ, ਗੁਣਾਂ ਦੇ ਨਾਲ ਜੁੜਨਾ, ਰਜਾ ਵਿੱਚ ਤੁਰਨਾ, ਇਹ ਗੁਰੂ ਰਾਹੀਂ ਮਿਲੇਗੀ। ਤੇ ਗੁਰੂ ਕਿਹਨਾਂ ਨੂੰ ਮਿਲਦਾ ਹੈ? ਜਿਸ ਲਿਖਿਆ ਹੋਵੇ ਮੱਥ। ਮੱਥ ਦਾ ਮਤਲਬ ਮੱਥੇ ਤੇ, ਮਤਲਬ ਤੁਹਾਡੇ ਦਿਮਾਗ ਵਿੱਚ, ਮਨ ਵਿੱਚ, ਹਿਰਦੇ ਵਿੱਚ, ਸੋਚ ਵਿੱਚ ਜੇ ਐਸੇ ਸੰਸਕਾਰ ਲਿਖੇ ਹੋਣ, ਜੇ ਸੋਚ ਦੇ ਅੰਦਰ ਮਿਲਾਪ ਵਾਲੀ ਸੋਚ ਹੋਵੇ ਮਨ ਦੇ ਅੰਦਰ, ਤਾਂ ਹੀ ਹੈ ਨਾ। ਜੇ ਅੰਦਰ ਸੋਚ ਹੀ ਨਹੀਂ ਮਿਲਣ ਦੀ, ਤਾਂ ਫਿਰ ਨਹੀਂ ਮਿਲ ਪਾਓਗੇ ਨਾ। ਹੁਣ ਦੇਖੋ, ਸਾਡੀ ਸਾਰਿਆਂ ਦੀ ਸੋਚ ਹੈ ਕਿ ਅਸੀਂ ਗੁਰਬਾਣੀ ਦੇ ਨਾਲ ਜੁੜਨਾ ਹੈ, ਤਾਂ ਅਸੀਂ ਸਾਰੇ ਵੀਰ ਭੈਣਾਂ ਕਲਾਸ ਦੇ ਅੰਦਰ ਇਕੱਠੇ ਹੋ ਗਏ, ਕਿਉਂਕਿ ਸੋਚ ਹੈ ਅੰਦਰ, ਤਾਂ ਆ ਗਏ। ਤੇ ਜੇ ਅੰਦਰ ਇਹ ਲੇਖ ਹੀ ਨਾ ਹੋਵੇ, ਇਹ ਸੋਚ ਹੀ ਨਾ ਹੋਵੇ, ਤਾਂ ਫਿਰ ਅਸੀਂ ਨਹੀਂ ਆ ਪਾਵਾਂਗੇ। ਤਾਂ ਗੁਰੂ ਉਹਨਾਂ ਨੂੰ ਮਿਲਦਾ ਹੈ ਜਿਨ੍ਹਾਂ ਦੇ ਅੰਦਰ ਐਸੀ ਸੋਚ ਹੁੰਦੀ ਹੈ, ਜਿਨ੍ਹਾਂ ਦੇ ਅੰਦਰ ਐਸੇ ਸੰਸਕਾਰ ਹੁੰਦੇ ਨੇ, ਉਹ ਗੁਰੂ ਨੂੰ ਮਿਲ ਪੈਂਦੇ ਨੇ। ਉਹਨਾਂ ਨੂੰ ਗੁਰੂ ਤੋਂ ਗਿਆਨ ਮਿਲਦਾ ਹੈ, ਤੇ ਜਦੋਂ ਗੁਰੂ ਤੋਂ ਗਿਆਨ ਦੀ ਦਾਤ ਮਿਲਦੀ ਹੈ, ਉਦੋਂ ਬੰਦਾ ਰੱਬੀ ਰਜਾ ਭਾਣੇ ਦੇ ਨਾਲ ਜੁੜਦਾ ਹੈ। ਫਿਰ ਇਹ ਜੀਵਨ ਵੀ ਸਫਲ ਹੋ ਜਾਂਦਾ ਹੈ, ਫਿਰ ਸਾਰੀਆਂ ਵਸਤੂਆਂ ਵੀ ਸਫਲ ਹੋ ਜਾਂਦੀਆਂ ਨੇ। ਫਿਰ ਸਾਰੀਆਂ ਵਸਤੂਆਂ ਔਰ ਇਸ ਜੀਵਨ ਨੂੰ ਪਾਇਆ ਹੋਇਆ ਸਮਝੋ, ਫਿਰ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀ ਪੈਦਾ ਹੋਈ। ਇਸ ਲਈ ਰਹਾਉ ਵਾਲੀ ਪੰਕਤੀ ਚ ਗੁਰੂ ਜੀ ਕਹਿ ਰਹੇ ਨੇ, ਮੇਰੇ ਮਨ ਏਕਸ ਸਿਉ ਚਿਤ ਲਾਏ, ਕਿ ਹੇ ਮੇਰੇ ਮਨ, ਹੇ ਮੇਰੀ ਜਿੰਦ, ਇੱਕ ਦੇ ਨਾਲ ਆਪਣੇ ਚਿੱਤ ਨੂੰ ਲਾ।
ਇੱਕ ਦੇ ਨਾਲ। ਹੁਣ ਇੱਕ ਦੇ ਨਾਲ ਚਿੱਤ ਲਾਉਣ ਦਾ ਮਤਲਬ ਕਿ ਜੋ ਸਾਡਾ ਚੇਤਾ ਹੈ ਨਾ, ਜੋ ਸਾਡਾ ਮਨ ਹੈ, ਸਾਡੇ ਚੇਤੇ ਦੇ ਅੰਦਰ ਇੱਕ ਚੀਜ਼ ਰਹਿ ਕੇ ਆ, ਸਾਰਾ ਕੁਝ ਇੱਕ ਪਸਰਿਆ ਹੋਇਆ ਹੈ। ਹਰ ਇੱਕ ਦੇ ਅੰਦਰ ਇੱਕ ਰੱਬ ਵਸ ਰਿਹਾ ਹੈ। ਹਰ ਇੱਕ ਦੇ ਨਾਲ ਮੈਂ ਰੱਬ ਵਰਗਾ ਬਿਹੇਵੀਅਰ ਕਰਨਾ ਹੈ, ਮੈਂ ਅੰਦਰੋਂ ਬਾਹਰੋਂ ਇੱਕ ਹੋਣਾ ਹੈ, ਉਸ ਇੱਕ ਦੀ ਰਜ਼ਾ ਵਿੱਚ ਤੁਰਨਾ ਹੈ, ਇੱਕ ਦੇ ਗੁਣਾਂ ਦੇ ਨਾਲ ਜੁੜਨਾ ਹੈ। ਇਸ ਚੀਜ਼ ਦੇ ਨਾਲ ਚਿੱਤ ਨੂੰ ਲਾ ਵੀ ਇੱਕ ਹੀ ਰੱਬ ਸਾਰਿਆਂ ਦੇ ਅੰਦਰ ਵਸ ਰਿਹਾ ਹੈ, ਸਭ ਹੈ ਘਟ ਰਾਮ ਬੋਲੇ। ਜੇ ਇਸ ਚੀਜ਼ ਦੇ ਨਾਲ ਚਿੱਤ ਲੱਗ ਜਾਏ ਨਾ, ਬੰਦੇ ਦੀ ਸੋਚ ਅੰਦਰ ਇਹ ਚੀਜ਼ ਵਸ ਜਾਏ, ਤੇ ਫਿਰ ਬੰਦੇ ਦਾ ਬਿਹੇਵੀਅਰ ਬਦਲੇਗਾ, ਸੋਚ ਬਦਲੇਗੀ, ਬੋਲ ਬਾਣੀ ਬਦਲੇਗੀ, ਫਿਰ ਸਾਰਿਆਂ ਦੇ ਨਾਲ ਬਿਹੇਵੀਅਰ ਇੱਕ ਜੈਸਾ ਹੋਏਗਾ। ਤੇ ਜਦੋਂ ਬਿਹੇਵੀਅਰ ਦੇ ਅੰਦਰ ਚੇਂਜਿੰਗ ਆਏਗੀ ਨਾ, ਅਸੀਂ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਸਤਿਕਾਰ ਕਰਾਂਗੇ, ਲੋਕ ਕਰਨਗੇ ਇੱਕ ਦੂਜੇ ਨਾਲ ਰੱਬ ਵਰਗਾ ਪਿਆਰ ਸਤਿਕਾਰ, ਜੀਵਨ ਵਿੱਚ ਖੁਸ਼ੀਆਂ ਆਣਗੀਆਂ। ਤੇ ਗੁਰੂ ਜੀ ਕਹਿੰਦੇ ਨੇ ਏਕਸ ਬਿਨ ਸਭ ਧੰਦ ਹੈ, ਸਭ ਮਿਥਿਆ ਮੋਹ ਮਾਏ। ਧੰਦ ਦਾ ਮਤਲਬ ਜੰਜਾਲ। ਜੇ ਤੂੰ ਇੱਕ ਦੇ ਨਾਲ ਚਿੱਤ ਨਹੀਂ ਲਾਂਦਾ ਤਾਂ ਇੱਕ ਪ੍ਰਭੂ ਦੇ ਨਾਲ ਚਿੱਤ ਲਾਣ ਤੋਂ ਬਿਨਾ ਸਾਰਾ ਕੁਝ ਧੰਦਾ ਹੈ। ਧੰਦੇ ਦਾ ਮਤਲਬ ਜੰਜਾਲ। ਹੁਣ ਇਹ ਚੀਜ਼ ਥੋੜੀ ਜਿਹੀ ਸਮਝਣ ਵਾਲੀ, ਵੈਸੇ ਅਸੀਂ ਇਸ ਬਾਰੇ ਪਹਿਲਾਂ ਕਈ ਵਾਰ ਵਿਚਾਰ ਕੀਤੀ ਹੈ ਕਿ ਜੰਜਾਲ ਕਿਵੇਂ ਹੈ। ਜਿਹੜੇ ਸਾਡੇ ਕੰਮ ਨੇ ਨਾ, ਚਾਹੇ ਅਸੀਂ ਦੁਕਾਨ ਕਰ ਰਹੇ ਹਾਂ, ਵਪਾਰ ਕਰ ਰਹੇ ਹਾਂ, ਖੇਤੀ ਕਰ ਰਹੇ ਹਾਂ, ਜਾਂ ਨੌਕਰੀ ਪੇਸ਼ਾ ਕਰ ਰਹੇ ਹਾਂ, ਪੂਜਾ ਪਾਠ ਕਰ ਰਹੇ ਹਾਂ, ਜਾਂ ਅਸੀਂ ਆਪਣੇ ਰਿਸ਼ਤੇਦਾਰਾਂ ਸੱਜਣਾ ਮਿੱਤਰਾਂ ਦੇ ਨਾਲ ਮਿਲ ਵਰਤ ਰਹੇ ਹਾਂ, ਇਹ ਸਾਰਾ ਕੁਝ ਭਗਤੀ ਵੀ ਬਣ ਜਾਂਦਾ ਹੈ, ਖੁਸ਼ੀਆਂ ਦਾ ਸਾਧਨ ਵੀ ਬਣ ਜਾਂਦਾ ਹੈ, ਤੇ ਇਹ ਜੰਜਾਲ ਤੇ ਕਜੀਆ ਵੀ ਬਣ ਜਾਂਦਾ ਹੈ। ਜਦੋਂ ਬੰਦਾ ਸੱਚ ਨੂੰ ਆਧਾਰ ਬਣਾ ਕੇ ਜ਼ਿੰਦਗੀ ਜੀਂਦਾ ਹੈ, ਸੱਚ ਨੂੰ ਆਧਾਰ ਬਣਾ ਕੇ ਪਿਆਰ ਦੇ ਨਾਲ ਆਪਣਾ ਵਿਵਹਾਰ ਕਰਦਾ ਹੈ, ਤਾਂ ਉਦੋਂ ਇਹਦੀ ਜਿਹੜੇ ਕਰਮ ਨੇ ਉਹ ਕਿਰਤ ਬਣ ਜਾਂਦੀ ਹੈ, ਕੰਮ ਕਿਰਤ ਬਣ ਜਾਂਦੀ ਹੈ, ਸੱਚੀ ਭਗਤੀ ਬਣ ਜਾਂਦੀ ਹੈ, ਰੱਬ ਦਾ ਉਹ ਪਿਆਰ ਪਾ ਲੈਂਦਾ ਹੈ। ਤੇ ਜਦੋਂ ਬੰਦਾ ਸੱਚ ਨੂੰ ਛੱਡ ਕੇ 2 ਨੰਬਰ ਦੇ ਧੰਦੇ ਕਰਦਾ ਹੈ, ਅੰਦਰ ਹੇਰਾ ਫੇਰੀਆਂ ਔਰ ਬੇਈਮਾਨੀਆਂ ਰੱਖ ਕੇ ਜਦੋਂ ਕੰਮ ਕਰਦਾ ਹੈ, ਉਹ ਸਾਰੇ ਕੰਮ ਹੀ ਜੰਜਾਲ ਬਣ ਜਾਂਦੇ ਨੇ। ਸਾਡੀ ਜ਼ਬਾਨ, ਜੇ ਅਸੀਂ ਸੱਚੇ ਪਿਆਰੇ ਬੋਲ ਬੋਲੀਏ ਤੇ ਮਿਲਾਪ ਦਾ ਕਾਰਨ ਹੈ, ਤੇ ਜੇ ਝੂਠ ਫਰੇਬ ਬੋਲੀਏ ਤੇ ਸਾਡੀ ਜ਼ਬਾਨ ਹੀ ਸਾਡੇ ਵਾਸਤੇ ਜੰਜਾਲ ਤੇ ਬੰਧਨ ਪੈਦਾ ਕਰ ਦਿੰਦੀ ਹੈ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਇੱਕ ਪ੍ਰਭੂ ਨਾਲ ਜੁੜਨ ਤੋਂ ਬਿਨਾ, ਇੱਕ ਦੀ ਰਜ਼ਾ ਨੂੰ ਸਮਝਣ ਤੋਂ ਬਿਨਾ, ਇੱਕ ਦੇ ਗੁਣਾਂ ਨਾਲ ਜੁੜਨ ਤੋਂ ਬਿਨਾ ਸਾਰਾ ਕੁਝ ਜੰਜਾਲ ਹੈ। ਤੇਰੀ ਜ਼ਿੰਦਗੀ ਵਿੱਚ ਜੰਜਾਲ ਬਣ ਜਾਏਗਾ, ਦੁੱਖਾਂ ਦਾ ਕਾਰਨ ਬਣ ਜਾਏਗਾ। ਸਭ ਮਿਥਿਆ ਮੋਹ ਮਾਏ। ਮੋਹ ਮਾਇਆ, ਮਾਇਆ ਦਾ ਮੋਹ ਸਭ ਨਾਸ਼ਮਾਨ ਹੈ, ਮਿਥਿਆ ਹੈ। ਮਾਇਆ ਦਾ ਮੋਹ ਦਾ ਮਤਲਬ ਪੈਸਾ ਨਹੀਂ ਹੈ। ਮਾਇਆ ਦਾ ਮਤਲਬ ਜੋ ਸਾਡੀ ਸੋਚ ਹੈ, ਉਹ ਸੋਚ ਜੋ ਸਾਨੂੰ ਰੱਬ ਨਾਲ ਨਹੀਂ ਜੁੜਨ ਦਿੰਦੀ, ਉਹ ਸੋਚ ਜੋ ਸਾਡੇ ਅੰਦਰ ਸੈਲਫਿਸ਼ਨੈਸ ਪੈਦਾ ਕਰਦੀ ਹੈ, ਉਹ ਸੋਚ ਜੋ ਸਾਡੇ ਅੰਦਰ ਮੇਰ ਤੇਰ ਦੇ ਵਿਤਕਰੇ ਪੈਦਾ ਕਰਦੀ ਹੈ, ਇਹ ਸੋਚ ਮਿਥਿਆ ਹੈ, ਝੂਠੀ ਹੈ। ਇਹ ਸੋਚ ਠੀਕ ਨਹੀਂ ਹੈ। ਇਹ ਸੋਚ ਕਲ ਕਲੇਸ਼ ਪਾਉਣ ਵਾਲੀ ਹੈ, ਵਿਅਰਥ ਹੈ, ਬੇਕਾਰ ਹੈ। ਇਸ ਸੋਚ ਨੂੰ ਛੱਡ ਦੇ, ਇੱਕ ਦੇ ਨਾਲ ਜੁੜ। ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ। ਜੇ ਮੇਰਾ ਸਤਿਗੁਰ ਮੇਰੇ ਤੇ ਮਿਹਰ ਕਰੇ ਤਾਂ ਮੈਂ ਸਮਝਦਾ ਹਾਂ ਕਿ ਮੈਨੂੰ ਲੱਖਾਂ ਖੁਸ਼ੀਆਂ ਮਿਲ ਜਾਂਦੀਆਂ ਨੇ, ਲੱਖਾਂ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ। ਮੈਂ ਲੱਖਾਂ ਬਾਦਸ਼ਾਹੀਆਂ ਦੇ ਆਨੰਦ ਮਾਣਦਾ ਹਾਂ। ਯਾਨੀ ਜਿਹੜੇ ਬਾਦਸ਼ਾਹੀਆਂ ਦੇ ਵਿੱਚ ਆਨੰਦ ਮਿੱਥੇ ਗਏ ਨੇ, ਲੋਕ ਸਮਝਦੇ ਨੇ ਕਿ ਆਨੰਦ ਹੈ। ਗੁਰੂ ਜੀ ਕਹਿੰਦੇ ਨੇ ਜੇ ਗੁਰੂ ਦੀ ਰਹਿਮਤ ਔਰ ਬਖਸ਼ਿਸ਼ ਹੋ ਜਾਏ ਨਾ, ਗੁਰੂ ਤੋਂ ਗਿਆਨ ਦੀ ਦਾਤ ਮਿਲ ਜਾਏ, ਤਾਂ ਲੱਖਾਂ ਬਾਦਸ਼ਾਹੀਆਂ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ। ਸਮਝ ਲਓ ਮੈਂ ਲੱਖਾਂ ਬਾਦਸ਼ਾਹੀਆਂ ਪਾ ਲਈਆਂ, ਮੈਂ ਇੱਕ ਬਹੁਤ ਵੱਡਾ ਸਮਰਾਟ ਹੋ ਗਿਆ, ਮੈਂ ਇੱਕ ਬਹੁਤ ਵੱਡਾ ਬਾਦਸ਼ਾਹ ਹੋ ਗਿਆ। ਕਿਉਂ? ਕਿ ਬਾਦਸ਼ਾਹ ਦਾ ਹੁਕਮ ਚੱਲਦਾ ਹੈ, ਬਾਦਸ਼ਾਹ ਦੇ ਕੋਲ ਫਿਰ ਸਾਰੇ ਸਾਧਨ ਨੇ। ਜਦੋਂ ਗੁਰੂ ਦਾ ਗਿਆਨ ਮਿਲਦਾ ਹੈ ਨਾ, ਉਦੋਂ ਬੰਦਾ ਆਪਣੇ ਮਨ ਦਾ ਬਾਦਸ਼ਾਹ ਹੋ ਜਾਂਦਾ ਹੈ, ਉਦੋਂ ਗਿਆਨ ਇੰਦਰੀਆਂ ਦਾ ਬਾਦਸ਼ਾਹ ਹੋ ਜਾਂਦਾ ਹੈ, ਉਦੋਂ ਇਹ ਗਿਆਨ ਇੰਦਰੀ ਦੇ ਕੰਟਰੋਲ ਦੇ ਅੰਦਰ ਹੁੰਦੇ ਨੇ, ਇਹਦੇ ਹੁਕਮ ਦੇ ਅੰਦਰ ਚੱਲਦੇ ਨੇ। ਤੇ ਜਦੋਂ ਇਹ ਗਿਆਨ ਇੰਦਰੀ, ਜਦੋਂ ਸਾਡਾ ਮਨ ਸਾਡੇ ਹੁਕਮ ਵਿੱਚ ਹੁੰਦਾ ਹੈ ਔਰ ਅਸੀਂ ਮਾੜੇ ਕਰਮਾਂ ਵੱਲ ਨਹੀਂ ਜਾਂਦੇ, ਸ਼ੁਭ ਕਰਮਾਂ ਦੇ ਨਾਲ ਜੁੜਦੇ ਹਾਂ, ਤਾਂ ਉਦੋਂ ਖੁਸ਼ੀਆਂ ਪੈਦਾ ਹੁੰਦੀਆਂ ਨੇ। ਹੁਣ ਗੁਰੂ ਦੀ ਰਹਿਮਤ, ਗੁਰੂ ਦੀ ਬਖਸ਼ਿਸ਼ ਕੀ ਹੈ? ਗੁਰੂ ਜਦੋਂ ਰਹਿਮਤ ਕਰਦਾ ਹੈ, ਉਦੋਂ ਕੀ ਦਾਤ ਦਿੰਦਾ ਹੈ ਜਿਸ ਕਰਕੇ ਲੱਖਾਂ ਬਾਦਸ਼ਾਹੀਆਂ ਦੀਆਂ ਖੁਸ਼ੀਆਂ ਮਿਲ ਜਾਂਦੀਆਂ ਨੇ। ਅਗਲੀ ਪੰਕਤੀ ਵਿੱਚ ਦੱਸਦੇ ਨੇ, ਨਿਮਖ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਨਿਮਖ ਦਾ ਮਤਲਬ ਅੱਖ ਝਮਕਣ ਵਿੱਚ ਜਿੰਨਾ ਸਮਾਂ ਲੱਗਦਾ ਨਾ, ਇੰਨੇ ਕੁ ਸਮਾਂ। ਤਾਂ ਗੁਰੂ ਜਿਹੜਾ ਹੈ, ਜਦੋਂ ਮੈਨੂੰ ਇੱਕ ਅੱਖ ਝਮਕਣ ਦੇ ਸਮੇਂ ਜਿੰਨਾ ਵੀ ਪ੍ਰਭੂ ਦੀ ਸਿਫਤ ਸਲਾਹ ਦਿੰਦਾ ਹੈ,
ਹੁਕਮ ਦੇ ਨਾਲ ਜੋੜਦਾ ਹੈ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਰੱਬ ਦੀ ਸਿਫਤ ਸਲਾਹ ਗੁਣਾਂ ਦੇ ਨਾਲ ਜੁੜਨਾ। ਗੁਰੂ ਮੈਨੂੰ ਪ੍ਰਭੂ ਦੇ ਹੁਕਮ ਦੀ ਜਾਣਕਾਰੀ ਦਿੰਦਾ ਹੈ, ਹੁਕਮ ਦੀ ਸੂਝ ਦਿੰਦਾ ਹੈ, ਹੁਕਮ ਦੇ ਅੰਦਰ ਚੱਲਣ ਵਾਲਾ ਜੀਵਨ ਬਖਸ਼ਦਾ ਹੈ। ਜਦੋਂ ਇੱਕ ਪਲ ਵਾਸਤੇ ਵੀ ਬਖਸ਼ਦਾ ਹੈ ਨਾ, ਤਾਂ ਮੇਰਾ ਮਨ ਔਰ ਮੇਰਾ ਤਨ ਠੰਡਾ ਠਾਰ ਹੋ ਜਾਂਦਾ ਹੈ। ਯਾਨੀ ਮੈਨੂੰ ਸਰੀਰਕ ਔਰ ਮਾਨਸਿਕ ਖੁਸ਼ੀਆਂ ਮਿਲ ਜਾਂਦੀਆਂ ਨੇ, ਬੌਧਿਕ ਔਰ ਆਤਮਿਕ ਖੁਸ਼ੀਆਂ ਮਿਲ ਜਾਂਦੀਆਂ ਨੇ ਇੱਕ ਪਲ ਵਿੱਚ ਹੀ। ਇਹ ਚੀਜ਼ ਨਾ ਸਮਝਣ ਵਾਲੀ ਹੈ। ਇੱਕ ਪਲ ਦੇ ਅੰਦਰ ਹੀ ਸਾਡੀ ਜ਼ਿੰਦਗੀ ਦੇ ਅੰਦਰ ਖੁਸ਼ੀਆਂ ਆ ਜਾਂਦੀਆਂ ਨੇ, ਸਿਰਫ ਇੱਕ ਪਲ ਲੱਗਦਾ ਹੈ। ਪਰ ਉਹ ਪਲ ਤੁਸੀਂ ਕਦੋਂ ਪ੍ਰਾਪਤ ਕਰੋਗੇ, ਕਦੋਂ ਖੁਸ਼ੀਆਂ ਆਪਣੀਆਂ ਮਾਨਣੀਆਂ ਸ਼ੁਰੂ ਕਰੋਗੇ, ਇਹ ਤੁਹਾਡੇ ਤੇ ਡਿਪੈਂਡ ਕਰੇਗਾ। ਇਹ ਚੀਜ਼ ਨੂੰ ਨਿੱਕੀ ਜਿਹੀ ਮਿਸਾਲ ਨਾਲ ਅਸੀਂ ਸਮਝਾਂਗੇ। ਮੰਨ ਲਓ ਤੁਹਾਡੇ ਕਿਸੇ ਕਮਰੇ ਦੇ ਅੰਦਰ 10 ਸਾਲ ਤੋਂ ਦੀਵਾ ਨਹੀਂ ਜਗਿਆ, ਤੁਸੀਂ 5, 7 ਸਾਲ, 10 ਸਾਲ ਬਾਅਦ ਇੰਡੀਆ ਜਾਂਦੇ ਹੋ ਤੇ ਤੁਹਾਡਾ ਘਰ ਜਿਹੜਾ ਬਿਲਕੁਲ ਬੰਦ ਪਿਆ ਹੈ, ਉੱਥੇ ਲਾਈਟ ਵਗੈਰਾ ਨਹੀਂ ਜਗੀ, ਤਾਂ ਹੁਣ ਤੁਹਾਡੇ ਘਰ ਦੇ ਅੰਦਰ ਚਾਨਣ ਕਿੰਨੀ ਦੇਰ ਵਿੱਚ ਹੋ ਸਕਦਾ ਹੈ? ਕੀ 10 ਸਾਲ ਲੱਗਣਗੇ ਚਾਨਣ ਹੋਣ ਚ, ਜਾਂ 2, 4, 5 ਘੰਟੇ? ਜਦੋਂ ਤੁਸੀਂ ਲਾਈਟ ਔਨ ਕਰੋਗੇ ਨਾ, ਉਸੇ ਪਲ ਚਾਨਣ ਹੋ ਜਾਣਾ ਹੈ। ਜਦੋਂ ਲਾਈਟ ਔਨ ਕਰੋਗੇ, ਸਵਿਚ ਔਨ ਕਰੋਗੇ, ਚਾਨਣ ਉਸੇ ਵੇਲੇ ਹੋ ਜਾਣਾ ਹੈ। ਜਦੋਂ ਵੀ ਸਵਿਚ ਔਨ ਕਰੀਏ ਨਾ, ਚਾਨਣ ਇੱਕ ਪਲ ਵਿੱਚ ਹੀ ਹੋ ਜਾਂਦਾ ਹੈ। ਲੇਕਿਨ ਡਿਪੈਂਡ ਕਰਦਾ ਹੈ ਕਿ ਲਾਈਟ ਅੱਜ ਔਨ ਕਰੋਗੇ, ਕੱਲ ਔਨ ਕਰੋਗੇ, 2 ਘੰਟਿਆਂ ਨੂੰ, 10 ਘੰਟਿਆਂ ਨੂੰ, ਸਾਲ ਬਾਅਦ, 10 ਸਾਲ ਬਾਅਦ। ਸਮਝ ਗਏ ਨਾ ਗੱਲ? ਇਸੇ ਤਰ੍ਹਾਂ ਹੀ ਜਦੋਂ ਅਸੀਂ ਸੱਚ ਦੇ ਨਾਲ ਜੁੜਦੇ ਹਾਂ ਨਾ, ਤਾਂ ਜਿਹੜੇ ਪਲ ਅਸੀਂ ਸੱਚ ਦੇ ਨਾਲ ਜੁੜਦੇ ਹਾਂ, ਸਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਉਸੇ ਪਲ ਹੀ ਸ਼ੁਰੂ ਹੋ ਜਾਂਦੀਆਂ ਨੇ, ਸਾਡੇ ਦੁੱਖ ਉਸੇ ਪਲ ਹੀ ਮਿਟ ਜਾਂਦੇ ਨੇ। ਪਰ ਹੁਣ ਇਹ ਡਿਪੈਂਡ ਕਰਦਾ ਹੈ ਕਿ ਉਹ ਪਲ ਕਦੋਂ ਤੁਸੀਂ ਸ਼ੁਰੂ ਕਰੋਗੇ। ਅੱਜ ਸੱਚ ਦੇ ਨਾਲ ਜੁੜ ਜਾਓਗੇ ਤਾਂ ਅੱਜ ਚਾਨਣਾ ਹੋ ਜਾਏਗਾ, ਕੱਲ ਜੁੜੋਗੇ ਕੱਲ, ਪਰਸੋਂ ਜੁੜੋਗੇ ਪਰਸੋਂ, 10 ਸਾਲ ਬਾਅਦ ਸਵਿਚ ਔਨ ਕਰੋਗੇ, 10 ਸਾਲ ਲੱਗਣਗੇ। ਹੁਣ ਇਹ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਉਹ ਪਲ, ਕਿਹੜੇ ਪਲ ਸ਼ੁਰੂ ਕਰਨੀ ਚਾਹੁੰਦੇ ਹੋ ਜ਼ਿੰਦਗੀ। ਜਿਸ ਪਲ ਜ਼ਿੰਦਗੀ ਸ਼ੁਰੂ ਕਰੋਗੇ, ਉਸੇ ਪਲ ਤੁਹਾਡੀ ਜ਼ਿੰਦਗੀ ਵਿੱਚ ਖੁਸ਼ੀਆਂ ਪੈਦਾ ਹੋ ਜਾਣਗੀਆਂ। 10 ਸਾਲ ਬਾਅਦ ਇੰਡੀਆ ਜਾ ਕੇ ਤੁਸੀਂ ਆਪਣੇ ਘਰ ਦੇ ਵਿੱਚ ਲਾਈਟ ਔਨ ਕੀਤੀ, ਤੇ ਲਾਈਟ ਔਨ ਕਰਦਿਆਂ ਹੀ ਤੁਹਾਨੂੰ ਦਿਸ ਗਿਆ ਵੀ ਇੱਧਰ ਵੀ ਘੱਟਾ ਪਿਆ ਹੈ, ਇੱਧਰ ਮੱਕੜੀ ਦੇ ਜਾਲੇ ਲੱਗੇ ਨੇ, ਇੱਧਰ ਚੂਹੀ ਮਰੀ ਪਈ ਹੈ, ਸਾਰਾ ਕੁਝ ਦਿਸ ਜਾਂਦਾ ਨਾ, ਘੱਟਾ ਮਿੱਟੀ। ਫਿਰ ਤੁਸੀਂ ਉਹਨਾਂ ਸਾਰਿਆਂ ਨੂੰ ਝਾੜੂ ਲੈ ਕੇ ਜਾਲੇ ਵੀ ਲਾ ਦਿੰਦੇ ਹੋ, ਕੰਧਾਂ ਵੀ ਸਾਫ਼ ਕਰ ਦਿੰਦੇ ਹੋ, ਧੂਪ ਬੱਤੀ ਦਿਖਾਉਂਦੇ ਹੋ। ਅਗਲੇ ਦਿਨ ਤੁਸੀਂ ਰੰਗ ਰੋਗਨ ਕਰਨ ਵਾਲੇ ਰੰਗ ਰੋਗਨ ਕਰਕੇ, ਐਨ ਸਾਫ਼ ਸੁਥਰਾ ਕਰਕੇ, ਨਵੀਆਂ ਚਾਦਰਾਂ ਵਿਛਾ ਕੇ ਤੁਹਾਡੀ ਕੋਠੀ ਐਨ ਫਿਰ ਚਮਚਮ ਕਰਨ ਲੱਗ ਜਾਂਦੀ। ਇਸੇ ਤਰ੍ਹਾਂ ਸਾਡੇ ਜੀਵਨ ਦੇ ਅੰਦਰ ਅਗਿਆਨਤਾ ਕਰਕੇ ਅਸੀਂ ਈਰਖਾ, ਦਵੇਸ਼, ਵੈਰ ਵਿਰੋਧ ਦੇ ਜਾਲੇ ਲੱਗੇ ਨੇ ਨਾ ਅੰਦਰ। ਜਦੋਂ ਅੰਦਰ ਗੁਰੂ ਗਿਆਨ ਦਾ ਦੀਵਾ ਜਗਦਾ ਹੈ, ਸਮਝ ਆਉਂਦੀ ਹੈ, ਕਾਮਨ ਸੈਂਸ ਪੈਦਾ ਹੁੰਦੀ ਹੈ, ਫਿਰ ਸਾਨੂੰ ਅੰਦਰ ਦਿਸਦਾ ਹੈ ਯਾਰ ਇੱਧਰ ਹੰਕਾਰ ਦਾ ਜਾਲਾ ਲੱਗਾ ਹੈ, ਇੱਧਰ ਆ ਝੂਠ ਦੀ ਚੂਹੀ ਮਰੀ ਪਈ ਹੈ, ਅੰਦਰ ਕਿੰਨੇ ਸਾਰੇ ਵਿਸ਼ੇ ਵਿਕਾਰ ਨੇ। ਫਿਰ ਅਸੀਂ ਗੁਰੂ ਸ਼ਬਦ ਦਾ ਝਾੜੂ ਲੈ ਕੇ ਕੱਢ ਕੇ ਬਾਹਰ ਸੁੱਟਦੇ ਹਾਂ, ਤੇ ਫਿਰ ਨਵੀਆਂ ਚਾਦਰਾਂ, ਨਵੇਂ ਬੈੱਡ ਲਿਆ ਕੇ ਧਰ ਦਿੰਦੇ ਆ, ਸੱਤ, ਸੰਤੋਖ, ਦਇਆ, ਧਰਮ, ਧੀਰਜ, ਤੇ ਸਾਡਾ ਘਰ ਜਿਹੜਾ ਫਿਰ ਚਮਚਮ ਕਰਨ ਲੱਗ ਜਾਂਦਾ ਹੈ। ਇਹਨੂੰ ਕਹਿੰਦੇ ਨੇ ਨਿਮਕ ਏਕ ਹਰ ਨਾਮ ਦੇ, ਮੇਰਾ ਮਨ ਤਨ ਸ਼ੀਤਲ ਹੋਏ। ਇੱਕ ਪਲ ਵਿੱਚ ਹੀ ਜ਼ਿੰਦਗੀ ਬਦਲ ਜਾਏਗੀ, ਪਰ ਕਿਹੜੇ ਪਲ ਤੁਸੀਂ ਸ਼ੁਰੂ ਕਰੋਗੇ ਉਹਦੇ ਤੇ ਡਿਪੈਂਡ ਕਰੇਗਾ। ਜਿਸ ਕੋ ਪੂਰਬ ਲਿਖਿਆ ਤਿਨ ਸਤਿਗੁਰ ਚਰਨ ਗਏ। ਜਿਸ ਕੋ ਦਾ ਮਤਲਬ ਜਿਸ ਦੇ, ਪੂਰਬ ਦਾ ਮਤਲਬ ਜਿਹੜਾ ਸਾਡਾ ਪਾਸਟ ਟੈਂਸ ਹੈ, ਪਾਸਟ ਜਿਹੜਾ ਸਾਡਾ ਬੀਤ ਗਿਆ ਸਮਾਂ ਹੈ, ਇਹਦੇ ਵਿੱਚ ਜਿਸ ਨੇ ਆਪਣੇ ਅੰਦਰ ਮਿਲਾਪ ਦੇ ਲੇਖ ਲਿਖੇ ਨੇ, ਜਿਹਦੇ ਅੰਦਰ ਇਹ ਸੋਚ ਪੈਦਾ ਹੋਈ ਕਿ ਮੈਂ ਗੁਰੂ ਦੇ ਨਾਲ ਮਿਲਣਾ ਹੈ। ਤਿੰਨ ਸਤਿਗੁਰੂ ਚਰਨ ਗਏ, ਉਹਨੇ ਆਣ ਕੇ ਸਤਿਗੁਰੂ ਦੇ ਚਰਨ ਫੜ ਲਏ, ਗੁਰੂ ਦੇ ਲੜ ਲੱਗ ਗਿਆ, ਗੁਰੂ ਦੇ ਦੱਸੇ ਰਾਹਾਂ ਤੇ ਤੁਰ ਪਿਆ। ਜਿਨਨੇ ਆਪਣੇ ਅੰਦਰ ਇਹ ਸੋਚ ਪੈਦਾ ਕੀਤੀ, ਪੂਰਬ ਲਿਖਿਆ ਦਾ ਮਤਲਬ ਜਿਨਨੇ ਪੂਰਬ ਵਿੱਚ ਇਹ ਸੋਚ ਅੰਦਰ ਲਿਖੀ, ਸੋਚ ਪੈਦਾ ਕੀਤੀ, ਉਹਨੇ ਆਣ ਕੇ ਸਤਿਗੁਰੂ ਦੇ ਚਰਨ ਫੜ ਲਏ। ਤੇ ਜਿਨਨੇ ਪੂਰਬ ਦੇ ਵਿੱਚ ਇਹ ਸੋਚਿਆ ਕਿ ਮੈਂ ਅੱਜ ਸ਼ਾਮ ਨੂੰ ਸ਼ਰਾਬ ਤੇ ਜਾਣਾ ਹੈ, ਠੇਕੇ ਤੇ ਪੀਣ ਵਾਸਤੇ, ਉਹ ਸ਼ਰਾਬ ਦੇ ਠੇਕੇ ਵੱਲ ਚਲਾ ਗਿਆ। ਇਹ ਤੁਹਾਡੇ ਤੇ ਡਿਪੈਂਡ ਕਰੇਗਾ ਕਿ ਆਪਣੇ ਅੰਦਰ ਕੀ ਲਿਖੋਗੇ। ਕਿਸੇ ਬਾਬੇ ਕੋਲ ਜਾਣਾ, ਗੁਰੂ ਕੋਲ ਜਾਣਾ, ਮਨਮਤ ਕਰਨੀ, ਗੁਰਮਤ ਕਰਨੀ, ਸੱਚ ਬੋਲਣਾ, ਝੂਠ ਬੋਲਣਾ, ਕੀ ਲਿਖੋਗੇ, ਕੀ ਸੋਚੋਗੇ, ਉਹ ਪ੍ਰਗਟ ਹੋ ਜਾਣਾ, ਅੱਗੇ ਉਹਨੇ ਪ੍ਰਗਟ ਹੋਣਾ। ਸਫਲ ਮੂਰਤ ਸਫਲਾ ਘੜੀ ਜਿਤ ਸੱਚੇ ਨਾਲ ਪਿਆਰ। ਮੂਰਤ ਦੋ ਤਰ੍ਹਾਂ ਲਿਖਿਆ ਹੋਇਆ ਆਪ ਨੂੰ ਮਿਲੇਗਾ, ਇੱਕ ਮੂਰਤ ਦੇ ਤੱਤੇ ਥੱਲੇ ਔਂਕੜ ਔਰ ਇੱਕ ਮੂਰਤ ਦੇ ਤੱਤੇ ਦੇ ਨਾਲ ਸਿਹਾਰੀ। ਇਹਦਾ ਫਰਕ ਚੇਤੇ ਰੱਖਣਾ ਹੈ। ਜਦੋਂ ਮੂਰਤ ਦੇ ਤੱਤੇ ਥੱਲੇ ਔਂਕੜ ਆਏ ਤਾਂ ਇਹਦਾ ਮਤਲਬ ਹੁੰਦਾ ਹੈ ਸਮਾਂ, ਮਹੂਰਤ, ਯਾਨੀ ਮਹੂਰਤ ਹੁੰਦਾ ਹੈ 2 ਘੜੀਆਂ ਦਾ।
ਤੇ ਮੂਰਤ ਦੇ ਤੱਤੇ ਦੇ ਨਾਲ ਸਿਹਾਰੀ ਹੋਏ, ਤੇ ਮੂਰਤ ਦਾ ਮਤਲਬ ਹੁੰਦਾ ਹੈ ਸਰੂਪ ਜਾਂ ਹਸਤੀ, ਤੇ ਹੋਰ ਵੀ ਕਈ ਅਰਥ ਨੇ, ਜਿਵੇਂ ਸਿੱਖਿਆ ਵੀ ਅਰਥ ਹੈ, ਕਈ ਸਾਰੇ ਅਰਥ ਨੇ ਮੂਰਤ ਦੇ, ਲੇਕਿਨ ਇੱਥੇ ਮਹੂਰਤ ਅਰਥ ਹੈ ਔਂਕੜ ਵਾਲੇ ਮੂਰਤ ਦਾ ਮਹੂਰਤ। ਸਫਲ ਮੂਰਤ ਸਫਲਾ ਘੜੀ, ਯਾਨੀ ਉਹ ਸਮਾਂ, ਉਹ ਘੜੀ, ਉਹ ਪਲ ਸਫਲਾ ਹੈ ਜਿਤ ਸੱਚੇ ਨਾਲ ਪਿਆਰ, ਜਿਸ ਸਮੇਂ ਸੱਚੇ ਪ੍ਰਭੂ ਦੇ ਨਾਲ ਪਿਆਰ ਬਣੇ, ਸੱਚ ਨਾਲ ਪਿਆਰ ਬਣੇ, ਰੱਬੀ ਗੁਣਾਂ ਦੇ ਨਾਲ ਪਿਆਰ ਬਣੇ, ਸਮਾਂ ਸਿਰਫ ਉਹ ਸਫਲਾ ਹੈ, ਉਹ ਸਮਾਂ ਸਾਰਥਕ ਹੈ, ਉਹ ਸਮੇਂ ਅੰਦਰ ਖੁਸ਼ੀ ਮਿਲੇਗੀ ਜਿਸ ਸਮੇਂ ਦੇ ਅੰਦਰ ਤੁਹਾਡਾ ਸੱਚ ਨਾਲ ਪਿਆਰ ਹੈ। ਤੇ ਜਿਹੜੇ ਸਮੇਂ ਝੂਠ ਬੋਲਦੇ ਹਾਂ, ਜਿਹੜੇ ਸਮੇਂ ਈਰਖਾ ਕਰਦੇ ਹਾਂ, ਉਹ ਸਮਾਂ ਦੁਖਦਾਈ ਹੋ ਜਾਏਗਾ। ਇਸ ਲਈ ਸਮਾਂ ਜਿਹੜਾ ਹੈ ਉਹਦੇ ਨਾਲ ਸੁੱਖ ਦੁੱਖ ਦਾ ਸੰਬੰਧ ਨਹੀਂ ਹੈ। ਸਮੇਂ ਦੀ ਵਰਤੋਂ ਅਸੀਂ ਕਿਵੇਂ ਕਰਾਂਗੇ, ਉਹਦੇ ਤੇ ਸੁੱਖ ਦੁੱਖ ਦਾ ਸੰਬੰਧ ਹੋਏਗਾ। ਇਸ ਲਈ ਸਮੇਂ ਨੂੰ ਸਫਲ ਕਰੋ। ਜੇ ਹਰ ਸਮੇਂ ਖੁਸ਼ ਰਹਿਣਾ ਚਾਹੁੰਦੇ ਹੋ, ਆਨੰਦ ਮਾਣਨਾ ਚਾਹੁੰਦੇ ਹੋ, ਤਾਂ ਸੱਚੇ ਦੇ ਨਾਲ ਪਿਆਰ ਬਣਾ ਕੇ ਰੱਖੋ। ਸਿਰਫ ਉਹ ਸਮਾਂ ਸਫਲਾ ਹੈ ਜਦੋਂ ਸੱਚੇ ਪ੍ਰਭੂ ਨਾਲ, ਰੱਬੀ ਗੁਣਾਂ ਦੇ ਨਾਲ ਪਿਆਰ ਹੁੰਦਾ ਹੈ। ਤੇ ਜਿਸ ਸਮੇਂ ਰੱਬੀ ਗੁਣਾਂ ਨਾਲ ਪਿਆਰ ਨਹੀਂ ਹੋਏਗਾ, ਉਹ ਸਮਾਂ ਅਸਫਲ ਹੋਏਗਾ। ਜਦੋਂ ਅਸੀਂ ਲੜਨੇ ਆ ਨਾ ਇੱਕ ਦੂਜੇ ਨਾਲ, ਉਦੋਂ ਸਾਡਾ ਸੱਚ ਦੇ ਨਾਲ ਉਹ ਸੰਬੰਧ ਟੁੱਟਾ ਹੁੰਦਾ ਹੈ। ਜਦੋਂ ਅਸੀਂ ਝੂਠ ਬੋਲਦੇ ਹਾਂ, ਉਹ ਸਮਾਂ ਚੰਗਾ ਨਹੀਂ ਹੁੰਦਾ, ਉਦੋਂ ਸੱਚ ਨਾਲ ਉਹ ਸੰਬੰਧ ਟੁੱਟਾ ਹੁੰਦਾ ਹੈ। ਇਸ ਲਈ ਗੁਰੂ ਜੀ ਕਹਿੰਦੇ ਨੇ ਸਮਾਂ ਸਿਰਫ ਉਹ ਸਫਲ ਹੈ ਜਦੋਂ ਸੱਚ ਨਾਲ ਪ੍ਰੀਤ ਹੋਵੇ। ਤੇ ਫਿਰ ਕੀ ਹੋਏਗਾ? ਦੁੱਖ ਸੰਤਾਪ ਨਾ ਲੱਗਈ ਜਿਸ ਹਰ ਕਾ ਨਾਮ ਆਧਾਰ। ਨਾਮ ਦਾ ਮਤਲਬ ਹੁਕਮ, ਨਾਮ ਦਾ ਮਤਲਬ ਪ੍ਰਭੂ ਦੀ ਸਿਫਤ ਸਲਾਹ, ਆਧਾਰ ਦਾ ਮਤਲਬ ਬੇਸ। ਜਿਸ ਮਨੁੱਖ ਦੇ ਜੀਵਨ ਦਾ ਆਧਾਰ ਪ੍ਰਭੂ ਦਾ ਹੁਕਮ ਹੈ, ਉਹਨੂੰ ਦੁੱਖ ਔਰ ਸੰਤਾਪ ਨਹੀਂ ਲੱਗਦਾ, ਉਹਨੂੰ ਦੁੱਖ ਔਰ ਚਿੰਤਾਵਾਂ ਨਹੀਂ ਲੱਗਦੀਆਂ। ਸੰਤਾਪ ਦਾ ਮਤਲਬ ਸਾੜਨ ਵਾਲਾ, ਕਸ਼ਟਦਾਇਕ ਸਮਾਂ। ਉਹਨੂੰ ਦੁੱਖ ਸੰਤਾਪ ਨਹੀਂ ਲੱਗਦਾ ਜਿਸ ਨੇ ਪ੍ਰਭੂ ਦੇ ਹੁਕਮ ਨੂੰ, ਰੱਬੀ ਗੁਣਾਂ ਨੂੰ ਜੀਵਨ ਦਾ ਆਧਾਰ ਬਣਾਇਆ ਹੈ। ਹੁਣ ਦੇਖੋ, ਅਸੀਂ ਰਾਮ ਰਾਮ, ਅੱਲਾ ਅੱਲਾ, ਵਾਹਿਗੁਰੂ ਵਾਹਿਗੁਰੂ ਤਾਂ ਆਮ ਲੋਕ ਜਪਦੇ ਨੇ, ਆਪੋ ਆਪਣੇ ਧਰਮ ਗ੍ਰੰਥਾਂ ਦਾ ਪਾਠ ਸਾਰੇ ਲੋਕ ਕਰਦੇ ਨੇ। ਅਸੀਂ ਹੁਣ ਬਾਣੀ ਪੜ੍ਹ ਰਹੇ ਹਾਂ, ਤਾਂ ਇਹਦਾ ਮਤਲਬ ਇਹ ਨਹੀਂ ਕਿ ਬਾਣੀ ਪੜ੍ਹਨ ਵਾਲੇ ਹਰ ਬੰਦੇ ਨੇ ਬਾਣੀ ਨੂੰ ਆਧਾਰ ਵੀ ਬਣਾ ਲਿਆ ਹੋਵੇ। ਬਾਣੀ ਪੜ੍ਹਨਾ ਹੋਰ ਗੱਲ ਹੈ, ਬਾਣੀ ਨੂੰ ਆਧਾਰ ਬਣਾਉਣਾ ਹੋਰ ਗੱਲ ਹੈ। ਜਿਵੇਂ ਮਿਸਾਲ ਵਜੋਂ ਮੈਂ ਕਥਾ ਕਰ ਰਿਹਾ, ਤਾਂ ਮੈਂ ਕਥਾ ਤਾਂ ਕਰ ਰਿਹਾ ਹਾਂ, ਪਰ ਕਥਾ ਕਰਨ ਦਾ ਮੀਨਿੰਗ ਇਹ ਨਹੀਂ ਕਿ ਮੈਂ ਬਾਣੀ ਨੂੰ ਆਧਾਰ ਵੀ ਬਣਾ ਲਿਆ। ਹੋ ਸਕਦਾ ਮੇਰੀ ਸਾਰੀ ਜ਼ਿੰਦਗੀ ਮਨਮਤਾਂ ਵਾਲੀ ਹੋਵੇ। ਮੇਰੇ ਜੀਵਨ ਦਾ ਬੇਸ ਕੀ ਹੈ, ਸੋਚਣ ਦਾ ਬੇਸ ਕੀ ਹੈ, ਕਿਸ ਬੇਸ ਦੇ ਉੱਤੇ ਮੇਰੀ ਜੀਵਨ ਉਸਰਿਆ ਹੋਇਆ ਹੈ। ਮੈਂ ਕਿਹਦੇ ਆਸਰੇ ਜ਼ਿੰਦਗੀ ਜੀ ਰਿਹਾ, ਝੂਠ ਫਰੇਬ ਦੇ ਆਸਰੇ ਜਾਂ ਕਿ ਸਤ ਸੰਤੋਖ ਦਇਆ ਧਰਮ ਦੇ ਆਸਰੇ। ਤਾਂ ਗੁਰੂ ਜੀ ਕਹਿੰਦੇ ਨੇ, ਜੋ ਪ੍ਰਭੂ ਦੇ ਗੁਣਾਂ ਦਾ, ਰੱਬੀ ਹੁਕਮ ਦਾ ਸਹਾਰਾ ਲੈਂਦੇ ਨੇ, ਜੋ ਰੱਬੀ ਗੁਣਾਂ ਨੂੰ ਆਪਣੇ ਜੀਵਨ ਦਾ ਬੇਸ ਬਣਾਉਂਦੇ ਨੇ, ਉਹਨਾਂ ਨੂੰ ਦੁੱਖ ਸੰਤਾਪ ਨਹੀਂ ਲੱਗਦਾ। ਬਾਹਾਂ ਪਕੜ ਗੁਰ ਕਾਢਿਆ ਸੋਈ ਉਤਰਿਆ ਪਾਰ। ਜਿਸ ਮਨੁੱਖ ਨੂੰ ਗੁਰੂ ਨੇ ਬਾਹ ਫੜ ਕੇ ਵਿਕਾਰਾਂ ਚੋਂ ਬਾਹਰ ਕੱਢ ਲਿਆ, ਉਹ ਸੰਸਾਰ ਸਮੁੰਦਰ ਤੋਂ ਪਾਰ ਲੰਘ ਗਿਆ। ਹੁਣ ਸੰਸਾਰ ਸਮੁੰਦਰ ਦੇ ਵਿੱਚੋਂ ਪਾਰ ਲੰਘਣਾ ਹੈ, ਤੇ ਕਿਵੇਂ ਲੰਘਾਂਗੇ? ਜੇ ਗੁਰੂ ਸਾਡੀ ਬਾਹ ਫੜ ਲੈ। ਤੇ ਗੁਰੂ ਬਾਹ ਕਿਹਦੀ ਫੜੇਗਾ? ਜਿਹੜਾ ਗੁਰੂ ਨੂੰ ਬਾਹ ਫੜਾਏਗਾ ਉਹਦੀ ਨਾ। ਜੇ ਆਪਣੀ ਬਾਹ ਹੀ ਕਿਸੇ ਜੋਤਸ਼ੀ ਨੂੰ ਫੜਾਈਏ ਵੀ ਮੇਰਾ ਕਿਸਮਤ ਵੇਖ, ਜੇ ਬਾਹ ਕਿਸੇ ਪੀਰ ਨੂੰ ਫੜਾਈ ਬੈਠੇ ਆ, ਜੇ ਬਾਹ ਵਰਤਨ ਰਾਤੇ ਸਰਾਧਾਂ ਨੂੰ ਫੜਾਈ ਬੈਠੇ ਆ, ਜੇ ਬਾਹ ਕਿਸੇ ਬਾਬੇ ਨੂੰ, ਡੇਰੇ ਵਾਲੇ ਨੂੰ ਫੜਾਈ ਬੈਠੇ ਆ ਵੀ ਬਾਬਾ ਜੀ ਸਾਡੇ ਘਰੋਂ ਕਲੇਸ਼ ਕਿਵੇਂ ਮੁੱਕੇਗਾ, ਗੁਰੂ ਕੋਲ ਤੇ ਆਏ ਨਹੀਂ, ਫਿਰ ਵਿਕਾਰਾਂ ਚੋਂ ਨਹੀਂ ਨਿਕਲਾਂਗੇ। ਜਿਹਦੀ ਬਾਹ ਗੁਰੂ ਫੜੇਗਾ, ਉਹਨੂੰ ਵਿਕਾਰਾਂ ਚੋਂ ਪਾਰ ਕੱਢ ਲਏਗਾ। ਤੇ ਗੁਰੂ ਭਾਈ ਬਾਹ ਉਹਦੀ ਹੀ ਫੜੇਗਾ ਜੋ ਗੁਰੂ ਨੂੰ ਆਪਣੀ ਬਾਹ ਫੜਾਏਗਾ। ਇੱਥੇ ਗੁਰੂ ਨੂੰ ਬਾਹ ਫੜਾਉਣ ਦਾ ਮਤਲਬ ਹੈ ਗੁਰੂ ਦੀ ਪਾਵਨ ਬਾਣੀ ਦਾ ਆਸਰਾ ਲੈਣਾ, ਗੁਰੂ ਦੀ ਪਾਵਨ ਬਾਣੀ ਨੂੰ ਆਪਣੇ ਜੀਵਨ ਦਾ ਸਹਾਰਾ ਬਣਾਉਣਾ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨੂੰ ਅਪਣਾਉਣਾ। ਤਾਂ ਜਿਸ ਦੀ ਬਾਹ ਗੁਰੂ ਨੇ ਫੜੀ, ਭਾਵ ਜਿਸ ਨੂੰ ਗੁਰੂ ਨੇ ਵੇ ਆਫ ਲਾਈਫ ਦਿੱਤਾ, ਉਹ ਇਸ ਸੰਸਾਰ ਤੋਂ ਵਿਕਾਰਾਂ ਚੋਂ ਪਾਰ ਉਤਰ ਗਿਆ। ਥਾਨ ਸੁਹਾਵਾ ਪਵਿੱਤ ਹੈ ਜਿੱਥੇ ਸੰਤ ਸਭਾ। ਸੰਤ ਸਭਾ ਦਾ ਮਤਲਬ ਸਚਿਆਰਾਂ ਦੀ ਸਭਾ ਹੈ, ਜਿੱਥੇ ਸਚਿਆਰ ਲੋਕ ਮਿਲ ਬਹਿੰਦੇ ਨੇ। ਥਾਂ ਉਹ ਸੁਹਾਵਣਾ ਹੈ, ਥਾਂ ਤਾਂ ਸਫਲਾ ਔਰ ਪਵਿੱਤਰ ਹੈ ਜੇਕਰ ਸਚਿਆਰਾਂ ਦੀ ਸਭਾ ਹੈ, ਜਿੱਥੇ ਸਚਿਆਰ ਲੋਕ ਬਹਿੰਦੇ ਨੇ। ਹੁਣ ਇੱਥੇ ਨਾ ਥਾਂ ਦੀ ਮਹਾਨਤਾ ਨਹੀਂ ਹੈ। ਦੇਖੋ, ਮਹਾਨਤਾ ਉਹਨਾਂ ਦੀ ਜਿਹੜੇ ਉਸ ਥਾਂ ਦੇ ਉੱਤੇ ਬੈਠੇ ਨੇ, ਉਹਨਾਂ ਕਰਕੇ ਥਾਂ ਸਫਲ ਔਰ ਅਸਫਲ ਹੈ। ਜਗ੍ਹਾ ਤਾਂ ਸਾਰੀਆਂ ਹੀ ਨੇ। ਇੱਕ ਥਾਂ ਦੇ ਉੱਤੇ ਜਗ੍ਹਾ ਖਰੀਦ ਕੇ ਕਿਸੇ ਨੇ ਧਰਮ ਅਸਥਾਨ ਬਣਾਇਆ ਹੈ, ਗੁਰਦੁਆਰਾ ਸਾਹਿਬ ਦੀ ਇਮਾਰਤ ਹੈ,
ਤਾਂ ਕਿੰਨਾ ਸੁਹਾਵਣਾ ਥਾਂ ਹੋ ਗਿਆ। ਉੱਥੇ ਲੋਕ ਆ ਰਹੇ ਨੇ, ਬਾਣੀ ਪੜ੍ਹ ਰਹੇ ਨੇ, ਗੁਰੂ ਪਾਤਸ਼ਾਹ ਜੀ ਦੀ ਪਾਵਨ ਸਿੱਖਿਆ ਲੈ ਰਹੇ ਨੇ, ਜੀਵਨ ਜੁਗਤ ਸਿੱਖ ਰਹੇ ਨੇ। ਥਾਂ ਸੁਹਾਵਣਾ ਹੈ ਕਿਉਂਕਿ ਉੱਥੋਂ ਲੋਕ ਆਤਮਿਕ ਜੀਵਨ ਸਿੱਖ ਰਹੇ ਨੇ। ਤੇ ਦੂਜੇ ਬੰਦੇ ਨੇ ਇੱਕ ਥਾਂ ਖਰੀਦ ਕੇ ਦੂਜੇ ਪਾਸੇ, ਤੇ ਉੱਥੇ ਉਹਨੇ ਸ਼ਰਾਬ ਦਾ ਠੇਕਾ ਖੋਲ ਲਿਆ ਜਾਂ ਜੂਆਖਾਨਾ ਖੋਲ ਲਿਆ ਹੈ। ਹੁਣ ਉੱਥੇ ਲੋਕ ਜੂਆ ਖੇਲ ਰਹੇ ਨੇ, ਲੋਕਾਂ ਦਾ ਧਨ ਬਰਬਾਦ ਹੋ ਰਿਹਾ ਹੈ। ਉੱਥੋਂ ਲੋਕ ਸ਼ਰਾਬ ਲੈ ਲੈ ਕੇ ਪੀ ਰਹੇ ਨੇ, ਕਿਡਨੀਆਂ ਖਰਾਬ ਹੋ ਰਹੀਆਂ ਨੇ। ਤਾਂ ਹੁਣ ਥਾਂ ਨੂੰ ਅਸੀਂ ਯੂਜ਼ ਕਿਵੇਂ ਕਰਾਂਗੇ, ਸਾਡੇ ਤੇ ਡਿਪੈਂਡ ਕਰੇਗਾ ਨਾ। ਇਸੇ ਤਰ੍ਹਾਂ ਹੁਣ ਸਾਡੇ ਘਰ ਨੇ, ਹੁਣ ਇਸ ਘਰ ਸਾਡੇ ਨਾ ਥਾਂ ਹੀ ਤੇ ਹੈ, ਇੱਕ ਪਲਾਟ ਹੀ ਤੇ ਹੈ ਸਾਡਾ। ਉਸ ਪਲਾਟ ਦੇ ਵਿੱਚ ਤੁਸੀਂ ਘਰ ਬਣਾ ਲਿਆ ਹੈ। ਉਸ ਘਰ ਨੂੰ ਹੁਣ ਸਵਰਗ ਬਣਾਉਣਾ ਚਾਹੁੰਦੇ ਹੋ ਕਿ ਨਰਕ? ਜੇ ਤਾਂ ਗੁਰੂ ਦੇ ਦੱਸੇ ਰਾਹ ਤੇ ਚੱਲ ਰਹੇ ਆ ਤਾਂ ਘਰ ਸਵਰਗ ਬਣ ਜਾਏਗਾ। ਤੇ ਜੇਕਰ ਉਸ ਘਰ ਦੇ ਅੰਦਰ ਰਹਿਣ ਵਾਲੇ ਜੀ ਗੁਰਮਤਿ ਆਸ਼ੇ ਅਨੁਸਾਰ ਜ਼ਿੰਦਗੀ ਨਹੀਂ ਜਿੰਦੇ, ਰੱਬੀ ਗੁਣਾਂ ਦੇ ਧਾਰਨੀ ਨਹੀਂ ਹਨ, ਰੱਬੀ ਰਜ਼ਾ ਨੂੰ ਫੋਲੋ ਨਹੀਂ ਕਰਦੇ, ਪਿਆਰ ਮੁਹੱਬਤ ਨਹੀਂ, ਤੇ ਉਹ ਤੇ ਭੂਤ ਨੇ ਬਣ ਜਾਣਗੇ ਤੇ ਥਾਂ ਮੜੀਆਂ ਵਰਗਾ ਹੋ ਜਾਏਗਾ। ਕਬੀਰ ਜਾ ਕਰ ਸਾਧ ਨਾ ਸੇਵੀਐ, ਹਰ ਕੀ ਸੇਵਾ ਨਾਹੇ, ਤੇ ਕਰ ਮਰਹਟ ਸਾਰਖੇ ਭੂਤ ਬਸੇ ਤਿਨ ਮਾਹੇ, ਤਹਾਂ ਬੈਕੁੰਠ ਜਹ ਕੀਰਤਨ ਤੇਰਾ। ਤਾਂ ਗੁਰੂ ਜੀ ਕਹਿੰਦੇ ਨੇ ਥਾਂ ਤੁਹਾਡੇ ਘਰ ਤਾਂ ਪਵਿੱਤਰ ਹੋ ਸਕਦੇ ਨੇ ਜੇਕਰ ਤੁਸੀਂ ਸਚਿਆਰ ਬਣੋ ਔਰ ਉੱਥੇ ਸਚਿਆਰਾਂ ਦੀ ਸੰਗਤ ਦੇ ਵਿੱਚ ਮਿਲੋ। ਢੋਈ ਤਿਸ ਹੀ ਨੂੰ ਮਿਲੇ ਜਿਨ ਪੂਰਾ ਗੁਰੂ ਲੱਭਾ। ਤਾਂ ਇਹ ਜੋ ਸਤ ਸੰਗਤ ਹੈ, ਸਚਿਆਰਾਂ ਦੀ ਜੋ ਸਭਾ ਹੈ, ਉੱਥੇ ਢੋਈ ਉਸੇ ਨੂੰ ਆਸਰਾ ਮਿਲਦਾ ਹੈ ਜਿਨ੍ਹਾਂ ਨੂੰ ਪੂਰਾ ਗੁਰੂ ਲੱਭ ਗਿਆ, ਯਾਨੀ ਜੋ ਪੂਰੇ ਗੁਰੂ ਦੀ ਸ਼ਰਨ ਵਿੱਚ ਨੇ, ਜੋ ਪੂਰੇ ਗੁਰੂ ਦੇ ਦੱਸੇ ਰਾਹ ਤੇ ਚੱਲਦੇ ਨੇ। ਉਹ ਸਚਿਆਰਾਂ ਦੇ ਨਾਲ ਮਿਲਣਗੇ, ਉਹ ਸਚਿਆਰ ਬਣਨਗੇ, ਉਹਨਾਂ ਨੂੰ ਉਸ ਜਗ੍ਹਾ ਤੇ ਢੋਈ ਮਿਲੇਗੀ, ਉਸ ਸਟੇਜ ਤੇ, ਉਸ ਅਵਸਥਾ ਵਿੱਚ ਉਹ ਐਸੀ ਜ਼ਿੰਦਗੀ ਜੀ ਸਕਣਗੇ ਜਿਨ੍ਹਾਂ ਨੂੰ ਪੂਰਾ ਗੁਰੂ ਲੱਭਿਆ ਹੈ, ਜੋ ਪੂਰੇ ਗੁਰੂ ਦੇ ਚਰਨਾਂ ਦੀ ਸ਼ਰਨ ਵਿੱਚ ਨੇ। ਨਾਨਕ ਬੱਧਾ ਘਰ ਤਹਾਂ, ਜਿੱਥੇ ਮਿਰਤ ਨਾ ਜਨਮ ਜਰਾ। ਬੱਧਾ ਘਰ ਦਾ ਮਤਲਬ ਪੱਕਾ ਟਿਕਾਣਾ ਬਣਾ ਲਿਆ, ਘਰ ਬਣਾ ਲਿਆ। ਮਿਰਤ ਦਾ ਮਤਲਬ ਆਤਮਿਕ ਮੌਤ। ਜਨਮ ਦਾ ਮਤਲਬ ਇੱਥੇ ਜਿਹੜਾ ਸਾਡਾ ਜੀਵਨ ਹੈ, ਤੇ ਜਰਾ ਦਾ ਮਤਲਬ ਬੁਢੇਪਾ, ਜਨਮ ਜਰਾ। ਤਾਂ ਗੁਰੂ ਜੀ ਕਹਿੰਦੇ ਨੇ ਉਸ ਮਨੁੱਖ ਨੂੰ ਜਿਸ ਨੇ ਪੱਕਾ ਟਿਕਾਣਾ ਬਣਾ ਲਿਆ ਹੈ। ਨਾਨਕ ਬੱਧਾ ਘਰ ਤਾਂ, ਹੈ ਨਾਨਕ ਉਸ ਮਨੁੱਖ ਨੇ ਉੱਥੇ ਆਪਣਾ ਪੱਕਾ ਟਿਕਾਣਾ ਬਣਾ ਲਿਆ ਜਿੱਥੇ ਜਨਮ ਔਰ ਮਰਨ ਦਾ ਦੁੱਖ ਔਰ ਖੁਸ਼ੀ ਨਹੀਂ। ਆਮ ਕਰਕੇ ਜਨਮ ਦੇ ਸਮੇਂ ਖੁਸ਼ੀ ਹੈ, ਮਰਨ ਦੇ ਸਮੇਂ ਦੁੱਖ ਹੈ ਔਰ ਬੁਢੇਪਾ ਹੈ। ਉੱਥੇ ਜਨਮ ਔਰ ਮਰਨ ਦੀ ਖੁਸ਼ੀ ਔਰ ਗਮੀ ਨਹੀਂ, ਉਸ ਖੁਸ਼ੀ ਗਮੀ ਤੋਂ ਉੱਤੇ ਹੈ ਉਹ। ਨੰਬਰ 2, ਮਿਰਤ ਦਾ ਮਤਲਬ ਉੱਥੇ ਆਤਮਿਕ ਮੌਤ ਨਹੀਂ ਹੈ। ਤੇ ਜਨਮ ਦਾ ਮਤਲਬ ਉੱਥੇ ਵਿਕਾਰਾਂ ਦੇ ਵਿੱਚ ਜਨਮ ਨਹੀਂ ਹੈ ਕਿ ਮੁੜ ਮੁੜ ਕੇ ਵਿਕਾਰ ਉਹ ਕਮਾਈ ਜਾਏ। ਤੇ ਜਰਾ ਦਾ ਮਤਲਬ ਬੁਢੇਪਾ, ਉੱਥੇ ਆਤਮਿਕ ਬੁਢੇਪਾ ਵੀ ਨਹੀਂ ਹੈ, ਆਤਮਿਕ ਤੌਰ ਤੇ ਬੁੱਢਾ ਵੀ ਨਹੀਂ ਹੁੰਦਾ। ਤਾਂ ਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਜਿਨ੍ਹਾਂ ਨੂੰ ਗੁਰੂ ਮਿਲ ਪਿਆ, ਉਹਨਾਂ ਨੇ ਉਸ ਜਗ੍ਹਾ ਤੇ ਟਿਕਾਣਾ ਬਣਾ ਲਿਆ ਜਿੱਥੇ ਆਤਮਿਕ ਮੌਤ ਨਹੀਂ ਹੈ, ਜਿੱਥੇ ਵਿਕਾਰਾਂ ਵਾਲਾ ਜਨਮ ਨਹੀਂ ਹੈ ਔਰ ਜਿੱਥੇ ਆਤਮਿਕ ਬੁਢੇਪਾ ਨਹੀਂ ਹੈ। ਉਹ ਇਨਸਾਨ ਐਸੀ ਥਾਂ ਦੇ ਉੱਤੇ ਪਹੁੰਚ ਕੇ ਆਪਣਾ ਆਤਮਿਕ ਟਿਕਾਣਾ ਬਣਾ ਲੈਂਦਾ ਹੈ। ਤਾਂ ਗੁਰੂ ਦੱਸੇ ਰਾਹਾਂ ਤੇ ਚੱਲ ਕੇ ਅਸੀਂ ਇਹ ਖੁਸ਼ੀਆਂ ਮਾਣ ਸਕਦੇ ਹਾਂ। ਯਾਨੀ ਸਾਡੇ ਜੀਵਨ ਦੇ ਅੰਦਰ ਚਾਹੇ ਪਦਾਰਥ ਨੇ, ਜਾਂ ਸਾਡੇ ਕੋਲ ਅਸਥਾਨ ਨੇ, ਜਾਂ ਸਾਡੇ ਰਿਸ਼ਤੇ ਨਾਤੇ ਨੇ, ਜਾਂ ਸਾਡਾ ਇਹ ਜੀਵਨ ਹੈ, ਇਹ ਸਫਲਾ ਤਾਂ ਹੋ ਸਕਦਾ ਹੈ ਜੇ ਅਸੀਂ ਗੁਰੂ ਗਿਆਨ ਮੁਤਾਬਕ ਜ਼ਿੰਦਗੀ ਜੀਂਦੇ ਹਾਂ। ਜਿਨ੍ਹਾਂ ਦੇ ਕੋਲ ਗੁਰੂ ਦੇ ਗਿਆਨ ਦਾ ਦੀਵਾ ਹੁੰਦਾ ਹੈ, ਜੋ ਗਿਆਨ ਗੁਰੂ ਦੀ ਅਗਵਾਈ ਵਿੱਚ ਚੱਲਦੇ ਨੇ, ਉਹ ਆਪਣੇ ਜੀਵਨ ਦੇ ਅੰਦਰੋਂ ਵਿਕਾਰਾਂ ਨੂੰ ਖਤਮ ਕਰ ਲੈਂਦੇ ਨੇ। ਉਹ ਇੱਕ ਪ੍ਰਭੂ ਦੇ ਨਾਲ ਜੁੜਦੇ ਨੇ, ਇੱਕ ਦੀ ਰਜ਼ਾ ਵਿੱਚ ਤੁਰਦੇ ਨੇ, ਅੰਦਰੋਂ ਬਾਹਰੋਂ ਇੱਕ ਹੁੰਦੇ ਨੇ। ਫਿਰ ਉਹਨਾਂ ਦੀ ਜ਼ਿੰਦਗੀ ਦੇ ਅੰਦਰ ਲੱਖਾਂ ਪਾਤਸ਼ਾਹੀਆਂ ਦੀਆਂ ਖੁਸ਼ੀਆਂ ਪੈਦਾ ਹੋ ਜਾਂਦੀਆਂ ਨੇ। ਉਹਨਾਂ ਦੇ ਸਾਰੇ ਪਦਾਰਥ ਸਫਲ ਹੋ ਜਾਂਦੇ ਨੇ, ਉਹਨਾਂ ਦੇ ਘਰ ਘਾਟ ਸਫਲ ਹੋ ਜਾਂਦੇ ਨੇ, ਉਹਨਾਂ ਦਾ ਜੀਵਨ ਸਫਲ ਹੋ ਜਾਂਦਾ ਹੈ ਔਰ ਉਹ ਆਤਮਿਕ ਜ਼ਿੰਦਗੀ ਜੀਂਦੇ ਹਨ। ਗੂਜਰੀ ਮਹਿਲਾ ਪੰਜਵਾਂ। ਜਿਸ ਸਿਮਰਤ ਸਭ ਕਿਲਵਿਖ ਨਾਸਹਿ, ਇਤਰੀ ਹੋਏ ਉਧਾਰੋ, ਸੋ ਹਰ ਹਰ ਤੁਮ ਸਦ ਹੀ ਜਪੋ, ਜਾ ਕਾ ਅੰਤ ਨਾ ਪਾਰੋ। ਤਾਂ ਇਸ ਸ਼ਬਦ ਦੇ ਅੰਦਰ ਇੱਕ ਬਹੁਤ ਵੱਡੀ ਗਹਿਰੀ ਫਿਲਾਸਫੀ ਹੈ, ਬੜੀ ਵੱਡੀ ਵਿਚਾਰਧਾਰਾ ਹੈ। ਜੇ ਇਸ ਪਾਵਨ ਸ਼ਬਦ ਨੂੰ ਸਮਝ ਕੇ ਇਸ ਪਾਵਨ ਸ਼ਬਦ ਤੇ ਅਮਲ ਕਰ ਲਿਆ ਜਾਏ ਤਾਂ ਕੱਲਾ ਸ਼ਬਦ ਹੀ ਪੂਰੀ ਦੁਨੀਆ ਨੂੰ ਸਵਰਗ ਬਣਾਉਣ ਦੀ ਸਮਰੱਥਾ ਰੱਖਦਾ ਹੈ। ਸਾਡਾ ਜੀਵਨ ਸਵਰਗ ਹੋ ਸਕਦਾ ਹੈ। ਪੂਰੀ ਦੁਨੀਆ, ਪੂਰਾ ਸਮਾਜ ਜਿਹੜਾ ਹੈ, ਇਹਦੇ ਵਿੱਚ ਇੱਕ ਨਵੀਂ ਕ੍ਰਾਂਤੀ ਆ ਸਕਦੀ ਹੈ ਜੇ ਅਸੀਂ ਇਸ ਪਾਵਨ ਸ਼ਬਦ ਨੂੰ ਸਮਝ ਕੇ ਇਸ ਦੇ ਉੱਤੇ ਅਮਲ ਕਰਨ ਦਾ ਯਤਨ ਕਰੀਏ। ਇਸ ਪਾਵਨ ਸ਼ਬਦ ਰਾਹੀਂ ਬੱਚਿਆਂ ਦੇ
ਆਉਣ ਵਾਲੀਆਂ ਪੀੜ੍ਹੀਆਂ ਦਾ ਏਮ ਔਰ ਗੋਲ ਦੱਸਿਆ ਗਿਆ ਹੈ ਕਿ ਬੱਚਿਆਂ ਦਾ ਗੋਲ ਕੀ ਹੋਵੇ। ਔਰ ਨਾਲ ਇਸ ਸ਼ਬਦ ਦੇ ਅੰਦਰ ਜੋ ਮਾਪੇ ਨੇ, ਜੋ ਅਸੀਂ ਵੱਡੇ ਸਮਾਜ ਵਿੱਚ ਜ਼ਿੰਦਗੀ ਜੀਣ ਵਾਲੇ ਪ੍ਰਾਣੀ ਹਾਂ, ਉਹਨਾਂ ਦੇ ਫਰਜ਼ ਦੱਸੇ ਨੇ ਕਿ ਸਾਡੇ ਫਰਜ਼ ਕੀ ਨੇ। ਜੇ ਅਸੀਂ ਵੱਡੇ ਜੋ ਉਮਰ ਦੇ ਵਿੱਚ ਆ ਆਪਣੇ ਫਰਜ਼ਾਂ ਨੂੰ ਸੰਭਾਲੀਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਇੱਕ ਬਹੁਤ ਨਵਾਂ ਸੁੰਦਰ ਰਾਸਤਾ ਮਿਲ ਸਕਦਾ ਹੈ ਔਰ ਆਉਣ ਵਾਲੇ ਸਮੇਂ ਦੇ ਅੰਦਰ ਇਸ ਸਮਾਜ ਨੂੰ ਸੁਰਗ ਬਣਾਇਆ ਜਾ ਸਕਦਾ ਹੈ। ਤਾਂ ਅਸੀਂ ਕਹਿ ਸਕਦੇ ਹਾਂ ਇਸ ਸ਼ਬਦ ਦੇ ਅੰਦਰ ਬੱਚਿਆਂ ਵਾਸਤੇ ਗੋਲ ਹੈ ਔਰ ਮਾਪਿਆਂ ਦੇ ਫਰਜ਼ ਨੇ। ਜਿੱਥੇ ਬੱਚਿਆਂ ਨੇ ਆਪਣਾ ਗੋਲ ਨਿਸ਼ਚਿਤ ਕਰਨਾ ਹੈ ਚੰਗਾ, ਉੱਥੇ ਮਾਪਿਆਂ ਨੇ ਆਪਣੇ ਫਰਜ਼ ਨਿਭਾਣੇ ਨੇ। ਜੇ ਅਸੀਂ ਆਪਣੇ ਫਰਜ਼ ਨਹੀਂ ਨਿਭਾਉਂਦੇ ਸਹੀ ਢੰਗ ਨਾਲ ਤਾਂ ਫਿਰ ਕੱਲ ਨੂੰ ਅਸੀਂ ਬੱਚਿਆਂ ਤੇ ਦੋਸ਼ ਦੇਣ ਦੇ ਹੱਕਦਾਰ ਨਹੀਂ ਆ। ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਫਰਜ਼ ਨਿਭਾਣੇ ਪੈਣਗੇ। ਤਾਂ ਗੁਰੂ ਜੀ ਸਮਝਾ ਰਹੇ ਨੇ, ਜਿਸ ਸਿਮਰਤ ਸਭ ਕਿਲਵਿਖ ਨਾਸੈ ਪਿਤਰੀ ਹੋਏ ਉਧਾਰੋ। ਇਸ ਸ਼ਬਦ ਦੀ ਰਹਾਉ ਦੀ ਪੰਕਤੀ ਹੈ, ਪੂਤਾ ਮਾਤਾ ਕੀ ਆਸ਼ੀਸ਼, ਕਿ हे ਪੁੱਤਰ ਤੈਨੂੰ ਮਾਂ ਦੀ ਆਸ਼ੀਸ਼ ਹੈ। ਹੁਣ ਗੁਰੂ ਜਿਹੜਾ ਹੈ ਆਪਣੇ ਸਿੱਖ ਬੱਚਿਆਂ ਨੂੰ ਆਸ਼ੀਸ਼ ਦੇ ਰਿਹਾ ਹੈ। ਮਾਂ ਦੇ ਰੂਪ ਦੇ ਅੰਦਰ ਬੱਚੇ ਨੂੰ ਆਸ਼ੀਸ਼ ਦਿੱਤੀ ਜਾ ਰਹੀ ਹੈ। ਤਾਂ ਮਾਂ ਦੇ ਰੂਪ ਵਿੱਚ ਜਾਂ ਪਿਤਾ ਦੇ ਰੂਪ ਵਿੱਚ ਬੱਚਿਆਂ ਨੂੰ ਆਸ਼ੀਸ਼ ਦੇਣ ਦਾ ਮਤਲਬ ਬੱਚਿਆਂ ਦਾ ਗੋਲ ਦੱਸਿਆ ਜਾ ਰਿਹਾ ਹੈ ਕਿ ਤੁਹਾਡੀ ਜ਼ਿੰਦਗੀ ਦਾ ਗੋਲ ਕੀ ਹੋਣਾ ਚਾਹੀਦਾ ਹੈ। ਜਿਸ ਸਿਮਰਤ ਸਭ ਕਿਲਵਿਖ ਨਾਸੈ, ਕਿਲਵਿਖ ਦਾ ਮਤਲਬ ਪਾਪ, ਨਾਸੈ ਦਾ ਮਤਲਬ ਨਾਸ ਹੋ ਜਾਂਦੇ ਨੇ, ਪਿਤਰੀ ਹੋਏ ਉਧਾਰੋ, ਪਿਤਰੀ ਦਾ ਮਤਲਬ ਕਿ ਪਿਤਰਾਂ ਦਾ ਪਾਰ ਉਤਾਰਾ ਹੋ ਜਾਂਦਾ ਹੈ। ਪਿਤਰਾਂ ਦਾ ਮਤਲਬ ਬਜ਼ੁਰਗ ਜਿਹੜੇ ਨੇ, ਵੱਡੇ ਵਡੇਰੇ ਜਿਹੜੇ ਨੇ, ਉਹਨਾਂ ਦਾ ਉਧਾਰ ਹੁੰਦਾ ਹੈ। ਹੁਣ ਇਸ ਪਾਵਨ ਪੰਕਤੀ ਦੇ ਅਰਥ ਕਈ ਵੀਰਾਂ ਨੇ ਇਸ ਤਰ੍ਹਾਂ ਕੀਤੇ ਨੇ ਕਿ ਜਿਹਦਾ ਸਿਮਰਨ ਕਰਨ ਦੇ ਨਾਲ ਪਾਪ ਨਸਦੇ ਨੇ ਔਰ ਮਰ ਗਏ ਪ੍ਰਾਣੀਆਂ ਦਾ ਉਧਾਰ ਹੋ ਜਾਂਦਾ ਹੈ। ਤਾਂ ਇਹ ਚੀਜ਼ ਨੂੰ ਥੋੜਾ ਜਿਹਾ ਸਮਝਣ ਦੀ ਜ਼ਰੂਰਤ ਹੈ। ਜਿਸ ਸਿਮਰਤ ਦਾ ਮਤਲਬ ਜਿਸ ਨੂੰ ਯਾਦ ਕੀਤਿਆਂ, ਰੱਬੀ ਗੁਣਾਂ ਨੂੰ ਜੇ ਅਸੀਂ ਆਪਣੀ ਯਾਦ ਵਿੱਚ ਵਸਾ ਲਈਏ ਨਾ, ਸਤ, ਸੰਤੋਖ, ਦਇਆ, ਧਰਮ, ਧੀਰਜ, ਗਿਆਨ, ਵਿਰਾਗ, ਨਿਮਾਨਤਾ, ਸੇਵਾ, ਸਿਮਰਨ, ਪ੍ਰੇਮ, ਕੁਰਬਾਨੀ ਦੇ ਸ਼ੁਭ ਜਜ਼ਬੇ, ਇੱਕ ਓੰਕਾਰ ਕੀ ਇੱਕ ਹੀ ਫੈਲਿਆ ਹੋਇਆ ਹੈ। ਜੇ ਉਹ ਸਾਡੀ ਯਾਦ ਦੇ ਅੰਦਰ ਟਿਕ ਜਾਏ, ਸਾਡੀ ਯਾਦ ਦੇ ਅੰਦਰ ਟਿਕ ਜਾਏ, ਸਭ ਕਿਲਵਿਖ ਨਾਸੈ, ਸਾਰੇ ਪਾਪ ਅੰਦਰੋਂ ਨਸ ਜਾਂਦੇ ਨੇ। ਕਿਵੇਂ ਨਸ ਜਾਂਦੇ ਨੇ? ਜਦੋਂ ਸਾਡੀ ਸੋਚ ਅੰਦਰ ਸੱਚ ਵਸੇਗਾ ਤੇ ਝੂਠ ਉਥੋਂ ਤਾਂ ਨਸ ਜਾਏਗਾ। ਜਦੋਂ ਅੰਦਰ ਦਇਆ ਵਸੇਗੀ ਤਾਂ ਕੁਦਇਆ ਉਥੋਂ ਖਤਮ ਹੋ ਜਾਏਗੀ। ਜਦੋਂ ਅੰਦਰ ਪ੍ਰੇਮ ਵਸ ਜਾਏਗਾ ਤਾਂ ਉਥੋਂ ਨਫ਼ਰਤ ਖਤਮ ਹੋ ਜਾਏਗੀ। ਜਦੋਂ ਸੰਤੋਖ ਵਸ ਜਾਏਗਾ, ਅੰਦਰੋਂ ਲੋਭ ਜਿਹੜਾ ਹੈ ਉਹ ਨਸ ਜਾਏਗਾ। ਤਾਂ ਜਿਸ ਪ੍ਰਭੂ ਦੀ ਯਾਦ ਨੂੰ, ਜਿਸ ਪ੍ਰਭੂ ਦੇ ਗੁਣਾਂ ਨੂੰ ਹਿਰਦੇ ਦੇ ਅੰਦਰ ਵਸਾਇਆ, ਪਾਪਾਂ ਦਾ ਨਾਸ ਹੋ ਜਾਂਦਾ ਹੈ। ਕਿਲ ਪਿਤਰੀ ਹੋਏ ਉਧਾਰੋ, ਹੋਏ ਦਾ ਮਤਲਬ ਹੁੰਦਾ ਹੈ, ਪਿਤਰੀ ਦਾ ਮਤਲਬ ਬਜ਼ੁਰਗਾਂ ਦਾ, ਤੇ ਜਿਨ੍ਹਾਂ ਗੁਣਾਂ ਦੇ ਧਾਰ ਨਹੀਂ ਹੋਇਆ, ਵੱਡੇ ਵਡੇਰਿਆਂ ਦਾ ਵੀ ਉਧਾਰ ਹੁੰਦਾ ਹੈ। ਯਾਨੀ ਵੱਡੇ ਵਡੇਰਿਆਂ ਦਾ ਉਧਾਰ ਕਾਹਦੇ ਨਾਲ ਹੁੰਦਾ ਹੈ? ਗੁਣਾਂ ਦੇ ਧਾਰ ਨਹੀਂ ਹੋਣ ਨਾਲ। ਜਿਸ ਗੁਣਾਂ ਨੂੰ ਗਾਉਣ ਦੇ ਨਾਲ ਵੱਡੇ ਵਡੇਰਿਆਂ ਦਾ ਉਧਾਰ ਹੁੰਦਾ ਹੈ, ਮਤਲਬ ਜੇ ਸਾਡੇ ਪਿਓ ਦਾਦਿਆਂ ਨੇ ਗੁਣ ਗਾਏ, ਉਹਨਾਂ ਦਾ ਉਧਾਰ ਹੋ ਗਿਆ। ਤੇ ਜਿਹੜੇ ਸਾਡੇ ਬਜ਼ੁਰਗਾਂ ਨੇ ਗੁਣ ਨਹੀਂ ਗਾਏ, ਉਹਨਾਂ ਨੇ ਆਪਣੀ ਜ਼ਿੰਦਗੀ ਤਬਾਹ ਕੀਤੀ। ਪਿੱਛੇ ਵੀ ਇਹੀ ਹਾਲ ਸੀ, ਅੱਜ ਵੀ ਆਉਣ ਵਾਲੇ ਸਮੇਂ ਵਿੱਚ ਵੀ ਹਾਲਾਤ ਇਹ ਰਹਿਣਗੇ। ਪਹਿਲੀ ਗੱਲ ਕਿ ਜਿਸ ਗੁਣਾਂ ਦੇ ਧਾਰਨੀ ਹੋਣ ਦੇ ਨਾਲ ਵੱਡਿਆਂ ਦਾ ਵੀ ਉਧਾਰ ਹੁੰਦਾ ਹੈ, ਪਾਪਾਂ ਦਾ ਵਿਨਾਸ਼ ਹੁੰਦਾ ਹੈ। ਸੋ ਹਰ ਹਰ ਤੁਮ ਸਦ ਹੀ ਜਾਪੋ, ਜਾ ਕਾ ਅੰਤ ਨਾ ਪਾਰੋ, ਕਿ ਇਹ ਬੱਚੇ ਉਸ ਹਰੀ ਦੇ ਗੁਣਾਂ ਨੂੰ ਤੂੰ ਸਦਾ ਧਾਰਨ ਕਰਦਾ ਰਹੋ, ਉਹਦੀ ਸਿਫਤ ਸਲਾਹ ਕਰਦਾ ਰਹੋ, ਜਿਸ ਦਾ ਅੰਤ ਦਾ ਪਾਰਾਵਾਰ ਨਹੀਂ ਹੈ। ਯਾਨੀ ਮਾਂ-ਬਾਪ ਵੱਲੋਂ ਬੱਚੇ ਨੂੰ ਗੋਲ ਦਿੱਤਾ ਜਾ ਰਿਹਾ ਹੈ ਕਿ ਇਹ ਬੱਚਿਆ, ਜਿਸ ਪ੍ਰਭੂ ਦੇ ਗੁਣਾਂ ਨੂੰ ਗਾਉਣ ਦੇ ਨਾਲ ਬਜ਼ੁਰਗਾਂ ਦਾ ਵੀ ਉਧਾਰ ਹੋ ਜਾਂਦਾ ਹੈ, ਤੂੰ ਵੀ ਉਸ ਗੁਣਾਂ ਦੇ ਨਾਲ ਜੁੜ। ਪਹਿਲੀ ਗੱਲ। ਦੂਜੀ ਗੱਲ ਮੈਂ ਆਪ ਦੇ ਨਾਲ ਹੋਰ ਸਾਂਝੀ ਕਰਦੇ ਹਾਂ ਕਿ ਦੋ ਤਰ੍ਹਾਂ ਦੇ ਲੋਕ ਹੁੰਦੇ ਨੇ। ਇੱਕ ਤੇ ਉਹ ਨੇ ਜੋ ਆਪਣੀਆਂ ਕੁੱਲਾਂ ਦਾ ਬੇੜਾ ਗਰਕ ਕਰ ਜਾਂਦੇ ਨੇ, ਤੇ ਇੱਕ ਉਹ ਨੇ ਜੋ ਕੁੱਲਾਂ ਦਾ ਪਾਰ ਉਤਾਰਾ ਕਰਦੇ ਨੇ। ਪਾਰ ਉਤਾਰੇ ਦਾ ਮਤਲਬ ਸ਼ੋਭਾ ਮਿਲਦੀ ਉਹਨਾਂ ਨੂੰ। ਇਹਦੇ ਪ੍ਰਥਾਏ ਮੈਂ ਛੋਟਾ ਜਿਹਾ ਇਤਿਹਾਸ ਦੀ ਸਾਂਝ ਆਪ ਨਾਲ ਪਾਵਾਂ। ਇੱਕੋ ਹੀ ਕੇਸ ਹੈ ਛੋਟੇ ਸਾਹਿਬਜ਼ਾਦਿਆਂ ਦਾ। ਹੁਣ ਗੰਗੂ ਨੇ ਇੱਕ ਜਾ ਕੇ ਸਭਾ ਦੇ ਵਿੱਚ ਕਿਹਾ ਕਿ ਥਾਣੇ ਦੇ ਵਿੱਚ ਜਾ ਕੇ ਰਿਪੋਰਟ ਦੇ ਰਿਹਾ ਹੈ ਕਿ ਛੋਟੇ ਸਾਹਿਬਜ਼ਾਦੇ ਔਰ ਮਾਤਾ ਗੂਜਰੀ ਜੀ ਮੇਰੇ ਘਰ ਵਿੱਚ ਨੇ। ਉਹਨੇ ਇੱਕ ਬੋਲ ਬੋਲਿਆ ਹੈ ਤੇ ਉਹਦੀ ਸੋਚ ਜਿਹੜੀ ਉਹ ਬੜੀ ਮਾੜੀ ਹੈ।
ਕਿ ਤਿੰਨਾਂ ਨੂੰ ਮੌਤ ਦੇ ਮੂੰਹ ਵਿੱਚ ਪਵਾ ਕੇ ਮੈਂ ਆਪਣੇ ਪਰਿਵਾਰ ਵਾਸਤੇ, ਬੱਚਿਆਂ ਵਾਸਤੇ ਸੁੱਖ ਪੈਦਾ ਕਰਾਂ ਔਰ ਇਨਾਮ ਲਵਾਂ, ਆਪਣੇ ਬੱਚਿਆਂ ਨੂੰ ਬਚਾਵਾਂ। ਹੁਣ ਗੰਗੂ ਨੇ ਇਹ ਪਾਪ ਕੀਤਾ। ਗੰਗੂ ਨੂੰ ਬਦਨਾਮੀ ਮਿਲੀ, ਗੰਗੂ ਦਾ ਬੇੜਾ ਗਰਕ ਹੋਇਆ। ਤੇ ਹੁਣ ਅੱਜ ਜੇਕਰ ਕੋਈ ਬੰਦਾ ਇਹ ਗੱਲ ਆਣ ਕੇ ਕਹੇ ਕਿ ਮੈਂ ਗੰਗੂ ਦੀ ਪੀੜ੍ਹੀ ਵਿੱਚੋਂ ਹਾਂ, ਗੰਗੂ ਦੀ ਕੁਲ ਵਿੱਚੋਂ ਹਾਂ, ਤਾਂ ਇਹ ਬੇਨਤੀ ਕਰਾਂ ਕਿ ਕੀ ਤੁਸੀਂ ਉਹਨੂੰ ਇਸ ਕਰਕੇ ਕਿ ਸਿਰਫ ਉਹ ਗੰਗੂ ਦੀ ਕੁਲ ਵਿੱਚੋਂ ਹੈ ਉਹਨੂੰ ਕੋਈ ਸਰੋਪਾ ਪਾਓਗੇ ਕਿ ਤੂੰ ਗੰਗੂ ਦੀ ਕੁਲ ਵਿੱਚੋਂ ਹੈ, ਤਾਂ ਉਹਦੀ ਸਿਫਤ ਕਰੋਗੇ, ਉਹਦੀ ਕੁਲ ਦੀ ਨਹੀਂ ਕਰੋਗੇ ਨਾ? ਨਹੀਂ ਨਾ। ਤਾਂ ਗੰਗੂ ਤੇ ਆਪਣੀਆਂ ਕੁੱਲਾਂ ਦਾ ਵੀ ਬੇੜਾ ਗਰਕ ਕਰ ਗਿਆ ਨਾ, ਆਉਣ ਵਾਲੀਆਂ ਕੁੱਲਾਂ ਨੂੰ ਵੀ ਸ਼ਰਮਸਾਰ ਹੋਣਾ ਪੈ ਰਿਹਾ ਨਾ। ਕੁੱਲਾਂ ਨੂੰ ਡੋਬ ਗਿਆ, ਇਹਨੂੰ ਕਹਿੰਦੇ ਨੇ ਕੁੱਲਾਂ ਨੂੰ ਡੋਬਣਾ। ਇੱਕ ਬੰਦੇ ਦਾ ਕੀਤਾ ਹੋਇਆ ਗਲਤ ਕਰਮ ਆਉਣ ਵਾਲੀਆਂ ਕੁੱਲਾਂ ਦੇ ਮੱਥੇ ਤੇ ਕਲੰਕ। ਨੰਬਰ 2, ਮਲੇਰਕੋਟਲੇ ਵਾਲਾ ਨਵਾਬ, ਹਾਲਾਂਕਿ ਗੁਰੂ ਗੋਬਿੰਦ ਸਿੰਘ ਦੇ ਨਾਲ ਉਹ ਵੀ ਜੰਗ ਲੜ ਰਿਹਾ ਹੈ ਤੇ ਉਹੋ ਹੀ ਕੇਸ ਹੈ ਛੋਟੇ ਸਾਹਿਬਜ਼ਾਦਿਆਂ ਦਾ। ਉਹਨੂੰ ਕਿਹਾ ਜਾ ਰਿਹਾ ਹੈ ਆ ਫੜ ਤਲਵਾਰ ਤੇ ਇਹਨਾਂ ਬੱਚਿਆਂ ਦੀ ਗਰਦਨ ਕੱਟ। ਗੁਰੂ ਗੋਬਿੰਦ ਸਿੰਘ ਨੇ ਤੇਰੇ ਭਰਾ ਨੂੰ ਕਤਲ ਕੀਤਾ ਹੈ, ਜੰਗ ਵਿੱਚ ਤੇਰੇ ਭਰਾ ਨੂੰ ਮਾਰਿਆ, ਉਹਨੇ ਉਹਦਾ ਬਦਲਾ ਲੈ ਲਿਆ। ਬੱਚੇ ਤੇਰੇ ਸਾਹਮਣੇ ਨੇ, ਤੂੰ ਆਪਣੇ ਹੱਥਾਂ ਨਾਲ ਵੱਢ ਇਹਨਾਂ ਨੂੰ ਤੇ ਇਹਨਾਂ ਤੋਂ ਬਦਲਾ ਲੈ। ਤੇ ਉਹ ਕੀ ਕਹਿੰਦਾ ਹੈ? ਉਹ ਕਹਿੰਦਾ ਨਾ, ਇਹਨਾਂ ਬੱਚਿਆਂ ਨੂੰ ਆਜ਼ਾਦ ਕਰ ਦਿਓ, ਇਹ ਮਾਸੂਮ ਨੇ, ਇਹਨਾਂ ਦਾ ਕੋਈ ਦੋਸ਼ ਨਹੀਂ ਹੈ। ਗੁਰੂ ਗੋਬਿੰਦ ਸਿੰਘ ਨਾਲ ਮੈਂ ਲੜਾਂਗਾ, ਸੂਰਮਾ ਸੂਰਮੇ ਨਾਲ ਲੜਦਾ, ਉਹ ਇੱਕ ਵੱਖਰੀ ਗੱਲ ਹੈ, ਲੇਕਿਨ ਇਹਨਾਂ ਬੱਚਿਆਂ ਤੇ ਅਤਿਆਚਾਰ ਕਰਨਾ ਪਾਪ ਔਰ ਅਪਰਾਧ ਹੈ। ਹਾਂ ਦਾ ਨਾਰਾ ਮਾਰਿਆ। ਅੱਜ ਜੇ ਕੋਈ ਤੁਹਾਨੂੰ ਆਣ ਕੇ ਕਹੇ ਕਿ ਮੈਂ ਮਲੇਰਕੋਟਲਾ ਨਵਾਬ ਦੀ ਕੁਲ ਵਿੱਚੋਂ ਆ, ਤਾਂ ਕੀ ਤੁਸੀਂ ਆਪਣੇ ਗਲੇ ਨਾਲ ਨਹੀਂ ਲਾ ਲੋਗੇ? ਮਾਣ ਨਹੀਂ ਦਿਓਗੇ? ਦਿਓਗੇ ਨਾ। ਉਹ ਆਪ ਵੀ ਧਰਿਆ, ਉਹਨੂੰ ਮਾਣ ਮਿਲਿਆ, ਤੇ ਅੱਜ ਉਹਦੇ ਕਰਕੇ ਉਹਦੀਆਂ ਕੁੱਲਾਂ ਨੂੰ ਵੀ ਮਾਣ ਮਿਲੇਗਾ। ਤਾਂ ਗੁਰੂ ਪਾਤਸ਼ਾਹ ਜੀ ਸਾਨੂੰ ਸਮਝਾ ਰਹੇ ਨੇ, ਬੱਚਿਆਂ ਨੂੰ ਗੋਲ ਦੇ ਰਹੇ ਨੇ ਕਿ ਇਹ ਬੱਚਿਓ ਐਸੀ ਜ਼ਿੰਦਗੀ ਜੀਵੋ ਜਿਸ ਕਰਕੇ ਤੁਹਾਡੀਆਂ ਆਉਣ ਵਾਲੀਆਂ ਕੁੱਲਾਂ ਨੂੰ ਵੀ ਮਾਣ ਮਿਲੇ, ਔਰ ਜਿਹੜੇ ਸ਼ੁਭ ਗੁਣ ਧਾਰਨ ਕਰਨ ਕਰਕੇ ਵੱਡਿਆਂ ਵਡੇਰੇ ਵੀ ਤਰਦੇ ਰਹੇ ਨੇ, ਪੁਰਾਤਨ ਬਜ਼ੁਰਗ ਵੀ ਤਰਦੇ ਰਹੇ ਨੇ, ਔਰ ਆਉਣ ਵਾਲੀਆਂ ਕੁੱਲਾਂ ਨੂੰ ਵੀ ਮਾਣ ਮਿਲੇ। ਤੁਸੀਂ ਉਸ ਪ੍ਰਭੂ ਦੇ ਨਾਲ ਜੁੜੋ। ਇਹ ਤਾਂ ਗੋਲ ਦਿੱਤਾ ਹੈ ਬੱਚਿਆਂ ਨੂੰ। ਗੱਲ ਇੱਥੇ ਖਤਮ ਨਹੀਂ ਹੁੰਦੀ। ਹੁਣ ਇਹ ਗੱਲ ਤਾਂ ਸਮਝ ਆ ਗਈ ਨਾ ਕਿ ਬੱਚੇ ਸਾਡੇ ਐਸੇ ਹੋਣ ਜਿਨ੍ਹਾਂ ਕਰਕੇ ਸਾਡੀਆਂ ਆਉਣ ਵਾਲੀਆਂ ਕੁੱਲਾਂ ਨੂੰ ਮਾਣ ਮਿਲੇ। ਪਰ ਇਹੋ ਜਿਹੇ ਬੱਚੇ ਮਾਹੌਲ ਕਿਹੜੇ ਵਿੱਚ ਪਲਣਗੇ? ਪਾਲਣਾ ਕਿਹਨਾਂ ਨੇ? ਅਸਾਂ ਨਾ। ਬੱਚਿਆਂ ਨੇ ਸਿੱਖਣਾ ਕਿੱਥੋਂ ਹੈ ਜੀਵਨ? ਮਾਂ-ਬਾਪ, ਚਾਚੇ ਤਾਏ, ਨਾਨਕੇ ਦਾਦਕੇ, ਸੱਜਣ ਮਿੱਤਰ, ਸਕੂਲ, ਕਾਲਜ, ਯੂਨੀਵਰਸਿਟੀਆਂ, ਇਹ ਸਮਾਜ ਵਿੱਚੋਂ ਹੀ ਸਿੱਖਣਾ ਨਾ। ਤਾਂ ਇੱਥੇ ਸਾਡੇ ਵਾਸਤੇ ਫਰਜ਼ ਵੀ ਦੱਸੇ ਜਾ ਰਹੇ ਨੇ, ਮਾਂ-ਬਾਪ ਵਾਸਤੇ, ਵੱਡੇ ਵਡੇਰਿਆਂ ਲਈ, ਕਿ ਤੁਸੀਂ ਵੀ ਐਸਾ ਮਾਹੌਲ ਕ੍ਰੀਏਟ ਕਰੋ, ਐਸੀ ਵਿਦਿਆ ਪ੍ਰਣਾਲੀ ਬਣਾਓ, ਐਸੀ ਸਿੱਖਿਆ ਪ੍ਰਣਾਲੀ ਬਣਾਓ, ਐਸਾ ਘਰਾਂ ਦਾ ਮਾਹੌਲ, ਸਮਾਜ ਦਾ ਮਾਹੌਲ ਤਿਆਰ ਕਰੋ ਜਿਸ ਦੇ ਅੰਦਰ ਬੱਚੇ ਐਸੇ ਪੈਦਾ ਹੋਣ ਜਿਨ੍ਹਾਂ ਨੂੰ ਐਸੀ ਸਿੱਖਿਆ ਮਿਲੇ, ਉਹ ਐਸੀ ਜ਼ਿੰਦਗੀ ਜੀਣ ਜਿਸ ਕਰਕੇ ਆਉਣ ਵਾਲਾ ਸਮਾਜ ਪਾਪਾਂ ਤੋਂ ਮੁਕਤ ਹੋ ਜਾਏ, ਔਰ ਆਉਣ ਵਾਲੀਆਂ ਕੁੱਲਾਂ ਜਿਹੜੀਆਂ ਨੇ ਨਾ, ਉਹ ਧੰਨਵਾਦ ਕਰਨ ਕਿ ਧੰਨਵਾਦ ਉਹਨਾਂ ਲੋਕਾਂ ਦਾ ਜੋ ਐਸੇ ਸਮਾਜ ਦੀ ਸਿਰਜਣਾ ਵਾਸਤੇ ਸਿੱਖਿਆ ਦੇ ਗਏ। ਇੱਥੋਂ ਸਾਨੂੰ ਇਹ ਚੀਜ਼ ਮਿਲਦੀ ਹੈ। ਪੁੱਤਾ ਮਾਤਾ ਕੀ ਆਸ਼ੀਸ਼ ਕੀ ਹੈ ਪੁੱਤਰ, ਤੈਨੂੰ ਮਾਂ ਦੀ ਅਸ਼ੀਸ਼ ਹੈ। ਪੁੱਤਰ ਦਾ ਮਤਲਬ ਔਲਾਦ, ਧੀ ਵੀ ਹੋ ਸਕਦੀ ਹੈ, ਪੁੱਤਰ ਵੀ ਹੋ ਸਕਦਾ ਹੈ। ਮਾਂ ਦੀ ਅਸ਼ੀਸ਼ ਹੈ, ਮਾਂ ਤੈਨੂੰ ਅਸ਼ੀਸ਼ ਦਿੰਦੀ ਹੈ, ਮਾਂ ਤੈਨੂੰ ਗੋਲ ਦਿੰਦੀ ਹੈ। ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਸਦਾ ਭਜੋ ਜਗਦੀਸ਼। ਨਿਮਖ ਦਾ ਮਤਲਬ ਅੱਖ ਚਮਕਣ ਜਿਨਾ ਸਮਾਂ, ਕਿ ਅੱਖ ਚਮਕਣ ਜਿਨਾ ਸਮਾਂ ਵੀ ਪੁੱਤਰ ਤੈਨੂੰ ਰੱਬ ਨਾ ਭੁੱਲੇ, ਮਤਲਬ ਰੱਬ ਦੇ ਗੁਣ ਨਾ ਭੁੱਲਣ। ਅੱਖ ਚਮਕਣ ਦੇ ਸਮੇਂ ਜਿੰਨੇ ਸਮੇਂ ਵਾਸਤੇ ਵੀ ਤੂੰ ਕਦੇ ਗੁਣਾਂ ਤੋਂ ਦੂਰ ਨਾ ਹੋਏ, ਤੇਰੀ ਸੋਚ ਦੇ ਅੰਦਰੋਂ ਇੱਕ ਪਲ ਵਾਸਤੇ ਵੀ ਰੱਬੀ ਗੁਣ ਨਾ ਨਿਕਲਣ। ਸਦਾ ਭਜੋ ਜਗਦੀਸ਼, ਭਜੋ ਦਾ ਮਤਲਬ ਜਪਦਾ ਰਹੇ, ਜਾਣਦਾ ਰਹੇ, ਰੱਬੀ ਗੁਣਾਂ ਦਾ ਧਾਰਨੀ ਹੁੰਦਾ ਰਹੇ। ਜਗਦੀਸ਼ ਦਾ ਮਤਲਬ ਜਗਤ ਦਾ ਈਸ਼ ਮਾਲਕ, ਜੋ ਜਗਤ ਦਾ ਮਾਲਕ ਹੈ, ਉਹਦੇ ਗੁਣਾਂ ਨੂੰ ਤੂੰ ਇੱਕ ਪਲ ਵਾਸਤੇ ਵੀ ਨਾ ਭੁੱਲੇ, ਉਹਨਾਂ ਦਾ ਧਾਰਨੀ ਬਣਿਆ ਰਹੇ, ਉਹਨਾਂ ਗੁਣਾਂ ਨੂੰ ਬੇਸ ਬਣਾ ਕੇ ਜ਼ਿੰਦਗੀ ਜੀਵੇਂ। ਇਹ ਤੈਨੂੰ ਮਾਂ ਅਸ਼ੀਸ਼ ਦੇ ਰਹੀ ਹੈ, ਗੋਲ ਦੇ ਰਹੀ ਹੈ, ਯਾਨੀ ਇਹ ਬੱਚੇ ਵਾਸਤੇ ਗੋਲ ਹੈ। ਤਾਂ ਪਹਿਲੀ ਗੱਲ ਇਹ ਕਿ ਅਸੀਂ ਆਪਣੇ ਬੱਚਿਆਂ ਨੂੰ ਐਸਾ ਗੋਲ ਦਿੰਦੇ ਹਾਂ। ਪਹਿਲੀ ਗੱਲ ਤਾਂ ਇਹ, ਇੱਥੇ ਸਾਨੂੰ ਇਹ ਸਿੱਖਿਆ ਮਿਲ ਰਹੀ ਹੈ ਕਿ ਆਪਣੇ ਬੱਚਿਆਂ ਨੂੰ ਐਸਾ ਗੋਲ ਦਿਓ। ਬਾਕੀ ਉਹ ਡਾਕਟਰ, ਇੰਜੀਨੀਅਰ, ਵਿਗਿਆਨਿਕ ਤਾਂ ਬਣਨਗੇ, ਲੇਕਿਨ ਜ਼ਿੰਦਗੀ ਐਸੀ ਉਹਨਾਂ ਦਾ ਬੇਸ ਇਹ ਹੋਵੇ। ਇੱਥੇ ਬੱਚਿਆਂ ਵਾਸਤੇ ਗੋਲ ਨਿਸ਼ਚਿਤ ਕੀਤਾ ਹੈ। ਤੇ ਹੁਣ
ਇਹੋ ਜਿਹੇ ਜੋ ਬੱਚੇ ਨੇ ਜੋ ਹਮੇਸ਼ਾ ਗੁਣਾਂ ਦੇ ਧਾਰਨੀ ਹੋਣ, ਗੋਲ ਦੇਣ ਵਾਲੇ ਮਾਂ-ਬਾਪ ਜਾਂ ਅਸੀਂ ਜੋ ਹਾਂ, ਸਾਡਾ ਕੀ ਫਰਜ਼ ਬਣਦਾ ਹੈ, ਇਹੋ ਜਿਹੇ ਬੱਚੇ ਕਿਵੇਂ ਪੈਦਾ ਹੋਣਗੇ, ਇਹੋ ਜਿਹੇ ਬੱਚੇ ਕਿਵੇਂ ਬਣਨਗੇ ਜਿਨ੍ਹਾਂ ਨੂੰ ਗੁਣ ਇੱਕ ਪਲ ਵੀ ਨਾ ਭੁੱਲੇ, ਜੋ ਬੱਚੇ ਕਦੇ ਝੂਠ ਹੀ ਨਾ ਬੋਲਣ, ਜੋ ਕਦੇ ਜੈਲਸੀ ਨਾ ਕਰਨ, ਜੋ ਕਦੇ ਹੰਕਾਰ ਹੀ ਨਾ ਕਰਨ, ਜਿਨ੍ਹਾਂ ਦੇ ਅੰਦਰ ਸ਼ੁਭ ਗੁਣ ਹੋਣ, ਉਹ ਕਿਹੜੇ ਮਾਹੌਲ ਵਿੱਚ ਪੈਦਾ ਹੋਣਗੇ। ਇੱਥੇ ਮਾਂ-ਬਾਪ ਦੇ ਔਰ ਸਾਡੇ ਵੱਡਿਆਂ ਵਡੇਰਿਆਂ ਦੇ ਫਰਜ਼ ਨੇ ਕਿ ਇਹੋ ਜਿਹਾ ਮਾਹੌਲ ਕ੍ਰੀਏਟ ਕਰੋ। ਮਾਂ ਉਹ ਹੀ ਗੋਲ ਦੇਗੀ ਨਾ, ਹੁਣ ਮਾਂ ਨੇ ਗੋਲ ਤੇ ਦੇ ਦਿੱਤਾ ਜਾਂ ਪਿਓ ਨੇ ਗੋਲ ਦੇ ਦਿੱਤਾ ਕਿ ਬੇਟਾ ਪੜ੍ਹਾਈ ਵੱਲ ਧਿਆਨ ਦਿਆ ਕਰ, ਸਕੂਲ ਦੀ ਪੜ੍ਹਾਈ ਵੱਲ ਧਿਆਨ ਦਿਓ, ਪੜ੍ਹਾਈ ਦੇ ਬੜੇ ਫਾਇਦੇ ਨੇ, ਤੇ ਮਾਂ ਆਪ ਬੈਠੀ ਹੈ ਟੀਵੀ ਅੱਗੇ ਤੇ ਪਿਓ ਬੈਠਾ ਹੈ ਫੇਸਬੁੱਕ ਤੇ ਬੱਚਾ ਕਿਤਾਬ ਕਿਵੇਂ ਫੜੇਗਾ। ਬੱਚੇ ਨੂੰ ਮਾਂ ਕਹਿ ਰਹੀ ਹੈ ਬੇਟਾ ਝੂਠ ਨਹੀਂ ਬੋਲੀਦਾ, ਸੱਚ ਬੋਲਣਾ ਚਾਹੀਦਾ ਹੈ, ਤੇ ਬਾਹਰੋਂ ਕਿਸੇ ਨੇ ਬੈਲ ਵਜਾਈ ਤੇ ਨਾਲ ਹੀ ਮਾਂ ਨੇ ਕਹਿਤਾ ਜਾ ਬੇਟਾ ਆਂਟੀ ਨੂੰ ਕਹਿ ਦੇ ਮੇਰੀ ਮੰਮੀ ਘਰ ਹੈ ਨਹੀਂ। ਤੇ ਇਹੋ ਜਿਹੇ ਮਾਹੌਲ ਦੇ ਅੰਦਰ ਬੱਚੇ ਐਸੇ ਪੈਦਾ ਹੋ ਜਾਣਗੇ। ਇੱਕ ਬੱਚੇ ਨੂੰ ਪਿਓ ਕਹਿ ਰਿਹਾ ਬੇਟਾ ਗੁਰਦੁਆਰਾ ਸਾਹਿਬ ਜਾਇਆ ਕਰ, ਰਹਿਰਾਸ ਕਰਿਆ ਕਰ, ਤੇ ਬੱਚਾ ਪੁੱਛਦਾ ਪਿਓ ਕਿਉਂ? ਪਿਓ ਕਹਿੰਦਾ ਹੈ ਕਿ ਬੇਟਾ ਰਹਿਰਾਸ ਪੜਿਆ ਜਨਮ ਸਫਲ ਹੁੰਦਾ ਹੈ, ਤੇ ਆਪ ਖੋਲ ਕੇ ਬੈਠਾ ਹੈ ਸ਼ਰਾਬ ਦੀ ਬੋਤਲ। ਤੇ ਬੱਚਾ ਤੇ ਕਹੇਗਾ ਨਾ ਵੀ ਬਾਪੂ ਮੈਂ ਇੰਨੀ ਖੇਚਲ ਕਿਉਂ ਕਰਾਂ ਗੁਰਦੁਆਰੇ ਮੱਥਾ ਟੇਕਣ, ਜਦੋਂ ਤੇਰਾ ਸ਼ਰਾਬ ਚੋਂ ਸਫਲ ਹੁੰਦਾ ਤੇ ਮੈਨੂੰ ਵੀ ਪੈਗ ਪਾ ਦੇ, ਮੇਰਾ ਵੀ ਇੱਥੇ ਸਫਲ ਕਰ, ਮੇਰੇ ਵਾਸਤੇ ਇੰਨੀ ਖੇਚਲ ਕਿਉਂ? ਤੇ ਕੀ ਇਹੋ ਜਿਹੇ ਮਾਹੌਲ ਵਿੱਚ ਬੱਚੇ ਐਸੇ ਹੋ ਜਾਣਗੇ? ਜਿੱਥੇ ਚਾਰ ਚਫੇਰੇ ਸਮਾਜ ਝੂਠਾ ਔਰ ਫਰੇਬੀ ਹੋਵੇ ਉੱਥੇ, ਤਾਂ ਇੱਥੇ ਜਿੱਥੇ ਬੱਚਿਆਂ ਵਾਸਤੇ ਗੋਲ ਹੈ ਕਿ ਜੇ ਅਸੀਂ ਬੱਚਿਆਂ ਨੂੰ ਅੱਜ ਦੇਖੋ ਪਾਪਾਂ ਤੋਂ ਮੁਕਤ ਕਰਨ ਵਿੱਚ ਸਮਰੱਥ ਹੋ ਜਾਂਦੇ ਆ ਨਾ, ਜੇ ਐਸੇ ਸਾਡੇ ਬੱਚੇ 5-5 7 ਸਾਲ 10-10 15-15 ਸਾਲ ਦੇ ਬੱਚੇ ਐਸੇ ਸਿਆਣੇ ਹੋ ਜਾਣ ਗੁਣਾਂ ਵਾਲੇ, ਅੱਜ ਅਸੀਂ ਯਤਨ ਕਰੀਏ ਸਾਰੇ, ਜਿਹੜੇ ਅੱਜ ਬੱਚੇ ਜਨਮ ਲੈ ਰਹੇ ਨੇ 2 4 5 7 ਸਾਲ 10 ਸਾਲ ਦੇ ਨੇ, 10 ਕੁ ਸਾਲ ਅਸੀਂ 15 ਸਾਲ ਮਿਹਨਤ ਕਰੀਏ ਨਾ, ਤੇ ਜਿਹੜੇ ਅੱਜ ਬੱਚੇ 10 ਸਾਲ ਦੇ ਨੇ 5 ਸਾਲ ਦੇ ਨੇ, ਉਹਨਾਂ ਨੇ 20-25 ਸਾਲ ਦੇ ਹੋ ਜਾਣੇ 10-15 ਸਾਲ ਬਾਅਦ, ਤੇ 10-15 ਸਾਲ ਬਾਅਦ ਉਹਨਾਂ ਬੱਚਿਆਂ ਨੇ ਸਮਾਜ ਨੂੰ ਹੋਲਡ ਕਰਨਾ ਹੈ, ਸਮਾਜ ਪਾਪਾਂ ਤੋਂ ਮੁਕਤ ਹੋ ਜਾਏਗਾ। ਇਸ ਲਈ ਇੱਥੇ ਵੱਡੇ ਵਡੇਰਿਆਂ ਦਾ ਗੋਲ ਦੇ ਨਾਲ ਫਰਜ਼ ਨੇ ਕਿ ਆਪਣੇ ਫਰਜ਼ ਨਿਭਾਓ, ਐਸਾ ਮਾਹੌਲ ਕ੍ਰੀਏਟ ਕਰੋ, ਤਾਂ ਬੱਚੇ ਐਸੇ ਹੋਣਗੇ। ਆਪਣੇ ਬੱਚਿਆਂ ਨੂੰ ਐਸਾ ਗੋਲ ਦਿਓ, ਉਹਨਾਂ ਦੇ ਗੋਲ ਤੇ ਪਹੁੰਚਣ ਵਾਸਤੇ ਉਹਨਾਂ ਵਾਸਤੇ ਇਹੋ ਜਿਹਾ ਮਾਹੌਲ ਪੈਦਾ ਕਰੋ, ਆਪ ਐਸੀ ਜ਼ਿੰਦਗੀ ਜੀਵੋ। ਸਤਿਗੁਰ ਤੁਮ ਕੋ ਹੋਏ ਦਇਆਲਾ, ਸੰਤ ਸੰਗ ਤੇਰੀ ਪ੍ਰੀਤ। ਮਾਂ ਬੱਚੇ ਨੂੰ ਕਹਿ ਰਹੀ ਹੈ, ਮਾਪੇ ਗੋਲ ਦੇ ਰਹੇ ਨੇ ਗੁਰੂ ਜੀ ਮਾਪਿਆਂ ਦੇ ਰੂਪ ਵਿੱਚ, ਗੁਰੂ ਦੇ ਰੂਪ ਵਿੱਚ, ਮਾਂ ਦੇ ਰੂਪ ਵਿੱਚ, ਕਿ ਇਹ ਬੱਚੇ ਮੈਂ ਤੈਨੂੰ ਅਸ਼ੀਸ਼ ਦਿੰਦੀ ਆ ਕਿ ਸਤਿਗੁਰ ਤੇਰੇ ਤੇ ਦਇਆਵਾਨ ਰਹੇ ਔਰ ਤੇਰੀ ਸਚਿਆਰਾਂ ਦੇ ਨਾਲ ਪ੍ਰੀਤ ਬਣੀ ਰਹੇ, ਸਤਸੰਗ ਦੇ ਨਾਲ ਤੇਰਾ ਪਿਆਰ ਬਣਿਆ ਰਹੇ, ਗੁਰੂ ਦੇ ਨਾਲ ਤੇਰਾ ਪਿਆਰ ਬਣਿਆ ਰਹੇ। ਇਹ ਮੈਂ ਤੈਨੂੰ ਅਸ਼ੀਸ਼ ਦਿੰਦੀ ਹਾਂ ਕਿ ਸਤਿਗੁਰ ਤੇਰੇ ਤੇ ਦਇਆਵਾਨ ਰਹੇ, ਤੂੰ ਗੁਰੂ ਦੀ ਦਇਆ ਦਾ ਪਾਤਰ ਬਣੇ, ਗੁਰੂ ਦੇ ਨਾਲ, ਗੁਰੂ ਦੇ ਸਿਧਾਂਤਾਂ ਦੇ ਨਾਲ ਤੇਰੀ ਪ੍ਰੀਤ ਬਣੀ ਰਹੇ। ਇਹ ਗੋਲ ਦਿੱਤਾ ਜਾ ਰਿਹਾ ਹੈ, ਐਸਾ ਗੋਲ ਦੇਣਾ ਹੈ ਆਪਣੇ ਬੱਚਿਆਂ ਨੂੰ। ਹੁਣ ਐਸਾ ਗੋਲ ਤੇ ਦੇ ਰਹੇ ਆ ਬੱਚਿਆਂ ਨੂੰ ਕਿ ਗੁਰੂ ਤੇਰੇ ਤੇ ਦਇਆਵਾਨ ਹੋਵੇ, ਸਤਸੰਗਤ ਨਾਲ ਤੇਰੀ ਪ੍ਰੀਤ ਬਣੀ ਰਹੇ, ਤੇ ਬੱਚਿਆਂ ਨੂੰ ਲੈ ਕੇ ਜਾ ਰਹੇ ਆ ਬਾਬਿਆਂ ਦੇ ਡੇਰੇ ਤੇ ਗੁਰੂ ਨਾਲ ਪ੍ਰੀਤ ਕਿੱਥੇ ਬਣੇਗਾ? ਆਪ ਤੇ ਤੁਸੀਂ ਗੁਰੂ ਨੂੰ ਛੱਡੀ ਫਿਰਦੇ ਹੋ, ਆਪ ਤੇ ਬਾਬਿਆਂ ਨੂੰ ਮੱਥੇ ਟੇਕਣ ਜਾ ਰਹੇ ਹੋ, ਪੂਰਨਮਾਸ਼ੀ ਤੇ ਸਗਰਾਂਦ ਤੇ ਮੱਸਿਆ ਤੇ ਜਾ ਰਹੇ ਹੋ, ਆਪ ਤੁਸੀਂ ਤੀਰਥਾਂ ਤੇ ਨਹਾਉਂਦੇ ਫਿਰਦੇ ਹੋ, ਆਪ ਤੁਸੀਂ ਕਬਰਾਂ ਤੇ ਮੱਥੇ ਟੇਕ ਰਹੇ ਹੋ, ਆਪ ਦੇਹ ਧਾਰੀਆਂ ਦੇ ਕੋਲ ਖੱਜਲ ਹੋ ਰਹੇ ਹੋ, ਤੇ ਗੁਰੂ ਦੀ ਕਿਰਪਾ ਦਾ ਪਾਤਰ ਬੱਚਾ ਕਿਵੇਂ ਬਣ ਜਾਏਗਾ? ਗੁਰੂ ਦੀ ਕਿਰਪਾ ਦੇ ਪਾਤਰ ਬੱਚੇ ਬਣਨ, ਗੁਰੂ ਦੇ ਨਾਲ ਉਹਨਾਂ ਦੀ ਪ੍ਰੀਤ ਬਣੇ, ਇਹ ਗੋਲ ਹੋਣਾ ਚਾਹੀਦਾ ਹੈ। ਤੇ ਗੁਰੂ ਦੇ ਨਾਲ ਉਹਨਾਂ ਦੀ ਪ੍ਰੀਤ ਬਣੇ, ਗੁਰੂ ਦੀ ਦਇਆ ਦੇ ਉਹ ਪਾਤਰ ਬਣਨ, ਇਸ ਲਈ ਅਸਾਂ ਉਹਨਾਂ ਦਾ ਸਹਿਯੋਗ ਕਰਨਾ। ਸਾਡਾ ਫਰਜ਼ ਹੈ ਇੱਥੇ ਕਿ ਅਸੀਂ ਆਪ ਗੁਰੂ ਦੀ ਦਇਆ ਦੇ ਪਾਤਰ ਬਣੀਏ, ਆਪ ਅਸੀਂ ਗੁਰੂ ਦੀ ਸੰਗਤ ਦੇ ਨਾਲ ਪ੍ਰੀਤ ਪੈਦਾ ਕਰੀਏ। ਉਹੀ ਬੱਚੇ ਗੁਰਦੁਆਰਾ ਸਾਹਿਬ ਜਾਣਗੇ ਨਾ ਜਿਨ੍ਹਾਂ ਦੇ ਮਾਂ-ਬਾਪ ਆਪ ਗੁਰਦੁਆਰਾ ਸਾਹਿਬ ਜਾਂਦੇ ਹੋਣਗੇ, ਜਿਨ੍ਹਾਂ ਦੀ ਆਪ ਬਾਣੀ ਦੇ ਨਾਲ ਪ੍ਰੀਤ ਹੋਏਗੀ, ਤੇ ਜਿਹੜੇ ਆਪ ਸਵੇਰ ਤੋਂ ਲੈ ਕੇ ਸ਼ਾਮ ਤੱਕ ਫੇਸਬੁੱਕ ਤੇ WhatsApp ਤੇ ਬੈਠੇ ਨੇ ਔਰ ਟੀਵੀ ਦੇ ਉੱਤੇ ਸ਼ੋਅ ਦੇਖ ਰਹੇ ਨੇ, ਉਹ ਬੱਚਿਆਂ ਨੂੰ ਕਿੱਥੋਂ? ਮਾਹੌਲ, ਇਹ ਮਾਂ-ਪਿਓ ਦਾ ਨਾਲ ਫਰਜ਼ ਵੀ ਹੈ, ਆਉਣ ਵਾਲੀ ਪੀੜ੍ਹੀ ਵਾਸਤੇ ਗੋਲ ਔਰ ਮਾਂ-ਬਾਪ ਦਾ ਫਰਜ਼, ਇਹ ਦੋਵੇਂ ਚੀਜ਼ਾਂ ਨਾਲ ਚੱਲ ਰਹੀਆਂ ਨੇ। ਕਾਪੜ ਪਤ ਪਰਮੇਸ਼ਰ ਰਾਖੀ, ਭੋਜਨ ਕੀਰਤਨ ਨੀਤ। ਹੁਣ ਤੇਰਾ ਕੱਪੜਾ ਕੀ ਹੋਵੇ? ਅਸੀਂ ਆਪਣੇ ਬੱਚਿਆਂ ਵਾਸਤੇ ਕੱਪੜੇ ਲਿਆਉਂਦੇ ਨਾ, ਵਧੀਆ ਵਧੀਆ ਬ੍ਰਾਂਡਡ ਕੱਪੜੇ, ਹਰ ਇੱਕ ਦਾ ਹੱਕ ਹੈ, ਹਰ ਇੱਕ ਦਾ ਫਰਜ਼ ਹੈ ਆਪਣੇ ਬੱਚਿਆਂ ਨੂੰ ਸੋਹਣੇ ਕੱਪੜੇ ਪਾਏ, ਬ੍ਰਾਂਡਡ ਕੱਪੜੇ ਪਾਏ, ਜਿਸ ਕੋਲ ਜਿੰਨੀ ਗੁੰਜਾਇਸ਼ ਹੈ, ਕੋਈ ਪ੍ਰੋਬਲਮ ਨਹੀਂ ਹੈ।
ਗੁਰਮਤਿ ਅਨੁਸਾਰ ਪਹਿਨਾਵੇ ਤੇ ਕੋਈ ਬੈਨ ਨਹੀਂ ਹੈ। ਰਹਿਤ ਮਰਿਆਦਾ ਵਿੱਚ ਉਚੇਚੇ ਤੌਰ ਤੇ ਲਿਖਿਆ ਹੈ ਕਿ ਅੰਮ੍ਰਿਤਧਾਰੀ ਜਿਹੜਾ ਸਿੰਘ ਹੈ, ਕਛਹਿਰਾ ਔਰ ਦਸਤਾਰ ਤੋਂ ਛੁੱਟ ਉਹਦੇ ਤੇ ਕੋਈ ਪਹਿਨਾਵੇ ਦਾ ਬੈਨ ਨਹੀਂ ਹੈ। ਕਛਹਿਰਾ ਔਰ ਦਸਤਾਰ ਨੂੰ ਛੱਡ ਕੇ ਬਾਕੀ ਕੱਪੜੇ ਉਹ ਕਿਸੇ ਵੀ ਤਰ੍ਹਾਂ ਦੇ ਪਾ ਸਕਦਾ ਹੈ। ਤੇ ਔਰਤ ਵਾਸਤੇ ਜੋ ਲਿਖਿਆ ਹੈ ਕਿ ਜਿਹੜੀ ਸਿੰਘਣੀ ਹੈ ਉਹ ਚਾਹੇ ਤੇ ਦਸਤਾਰ ਸਜਾ ਲੈ, ਚਾਹੇ ਤੇ ਚੁੰਨੀ ਲੈ ਲੈ, ਉਹਦੀ ਮਰਜ਼ੀ ਹੈ, ਦੋਵੇਂ ਪ੍ਰਵਾਨ ਨੇ। ਕੱਪੜਿਆਂ ਦੀ ਪ੍ਰੋਬਲਮ ਨਹੀਂ ਹੈ, ਕੱਪੜੇ ਅਸੀਂ ਆਪਣੀ ਪਸੰਦ ਦੇ ਪਾ ਹੀ ਲੈਂਦੇ ਆ, ਪਰ ਇੱਥੇ ਕੱਪੜਾ ਕਿਹਨੂੰ ਕਹਿ ਰਹੇ ਨੇ? ਪਤ ਪਰਮੇਸ਼ਰ ਰਾਖੀ, ਰੱਬ ਤੇਰੀ ਇੱਜ਼ਤ ਰੱਖੇ। ਤੇਰਾ ਮਾਨਸਿਕ ਪਹਿਨਾਵਾ, ਬੌਧਿਕ ਪਹਿਨਾਵਾ ਉਹ ਹੋਵੇ ਜਿਸ ਰਾਹੀਂ ਤੈਨੂੰ ਰੱਬ ਇੱਜ਼ਤ ਦੇਵੇ, ਤੇਰੇ ਪਰਦੇ ਟੱਕੇ, ਯਾਨੀ ਰੱਬ ਵੱਲੋਂ ਇੱਜ਼ਤ ਮਿਲੀ। ਉਹ ਇੱਜ਼ਤ ਜੋ ਯੂਨੀਵਰਸਲ ਹੋਵੇ, ਪੂਰੀ ਦੁਨੀਆ ਦੇ ਅੰਦਰ ਤੈਨੂੰ ਇੱਜ਼ਤ ਮਿਲੇ, ਇਹ ਕੱਪੜੇ ਪਾ, ਇੱਜ਼ਤ ਦੇ ਕੱਪੜੇ ਪਾ, ਯਾਨੀ ਇੱਜ਼ਤ ਵਾਲੀ ਜ਼ਿੰਦਗੀ ਜੀ। ਐਸੀ ਜ਼ਿੰਦਗੀ ਜੀ ਜਿਸ ਕਰਕੇ ਦੁਨੀਆ ਵਿੱਚ ਇੱਜ਼ਤ ਮਿਲੇ। ਤੇ ਇੱਜ਼ਤ ਕਿਵੇਂ ਮਿਲੇਗੀ? ਸੱਚੇ ਮਾਰਗ ਚੱਲਦੇ ਆ, ਉਸਤਤ ਕਰੇ ਜਹਾਨ। ਤੇ ਉਹ ਕੱਪੜਾ ਕਿਹੜਾ ਹੈ? ਪ੍ਰੇਮ ਪਟੋਲਾ ਤੈਂ ਸਹਿ ਦਿੱਤਾ, ਢੱਕਣ ਕੂਪਤ ਮੇਰੀ, ਪ੍ਰੇਮ ਦਾ ਕੱਪੜਾ, ਰੱਬੀ ਗੁਣਾਂ ਦਾ ਕੱਪੜਾ। ਇਹ ਪਹਿਨਾਵਾ ਪਹਿਨ ਜਿਸ ਕਰਕੇ ਤੇਰੀ ਇੱਜ਼ਤ ਰਹੇ। ਭੋਜਨ ਕੀਰਤਨ ਨੀਤ, ਤੇ ਜਿਵੇਂ ਭੋਜਨ ਅਸੀਂ ਖਾਂਦੇ ਆ ਨਾ, ਆਤਮਕ ਭੋਜਨ ਜਿਹੜਾ ਹੈ, ਸਿਫਤ ਸਲਾਹ ਦਾ ਭੋਜਨ ਤੂੰ ਰੋਜ਼ ਕਰ। ਇੱਕ ਸਾਡਾ ਮਾਨਸਿਕ ਭੋਜਨ ਹੈ ਨਾ, ਵਿਚਾਰਾਂ ਦਾ, ਕਿ ਅਸੀਂ ਵਿਚਾਰ ਕਿਹੜੇ ਪੈਦਾ ਕਰਦੇ ਹਾਂ, ਇਕੱਲੇ ਬੈਠੇ ਅਸੀਂ ਕੀ ਸੋਚਦੇ ਹਾਂ, ਸਾਡੀ ਮੈਂਟੈਲਿਟੀ ਕੀ ਹੈ, ਸਾਡੇ ਮਨ ਦੀ ਖੁਰਾਕ ਕੀ ਹੈ, ਉਹਦੇ ਤੇ ਡਿਪੈਂਡ ਕਰੇਗਾ ਸੁੱਖ ਦੁੱਖ। ਇਸ ਲਈ ਗੁਰੂ ਜੀ ਕਹਿੰਦੇ ਨੇ ਪ੍ਰਭੂ ਦੀ ਸਿਫਤ ਸਲਾਹ, ਰੱਬੀ ਗੁਣ ਤੇਰਾ ਭੋਜਨ ਬਣੇ, ਜਿਸ ਦੇ ਨਾਲ ਤੂੰ ਆਤਮਿਕ ਤੌਰ ਤੇ ਤ੍ਰਿਪਤ ਰਹੇ ਔਰ ਤੂੰ ਇੱਜ਼ਤ, ਰੱਬ ਵੱਲੋਂ ਮਿਲੀ ਹੋਈ ਇੱਜ਼ਤ ਦਾ ਕੱਪੜਾ ਤੈਨੂੰ ਮਿਲੇ, ਜਿਸ ਕਰਕੇ ਤੇਰੇ ਪਰਦੇ ਢੱਕੇ ਜਾਣ, ਤੈਨੂੰ ਮਹਾਨਤਾ ਮਿਲੇ। ਇਹ ਬੱਚਿਆਂ ਵਾਸਤੇ ਗੋਲ ਹੈ ਕਿ ਬੱਚਿਓ ਤੁਸੀਂ ਐਸੀ ਜ਼ਿੰਦਗੀ ਜੀਣੀ ਹੈ, ਇੱਜ਼ਤ ਵਾਲੀ, ਔਰ ਆਤਮਿਕ ਖੁਰਾਕ ਤੁਸੀਂ ਸ਼ੁਭ ਗੁਣਾਂ ਦੀ ਖੁਰਾਕ ਖਾਣੀ ਹੈ। ਇਹ ਤੇ ਹੋ ਗਿਆ ਬੱਚਿਆਂ ਦਾ ਗੋਲ। ਹੁਣ ਇਹ ਕੱਪੜੇ ਔਰ ਇਹ ਖੁਰਾਕ ਮਿਲੇਗੀ ਕਿੱਥੋਂ ਜੀ? ਇਹ ਮਿਲੇਗੀ ਕਿੱਥੋਂ? ਮਾਪਿਆਂ ਤੋਂ, ਨਾਨਕਿਆਂ, ਦਾਦਕਿਆਂ, ਚਾਚਿਆਂ, ਤਾਇਆਂ ਤੋਂ, ਜਿਹੜੇ ਅਸੀਂ ਸਮਾਜ ਵਿੱਚ ਵਿਚਰਨ ਵਾਲੇ ਪ੍ਰਾਣੀ ਆ। ਮੇਰੇ ਤੋਂ ਤੁਹਾਡੇ ਬੱਚਿਆਂ ਨੂੰ, ਤੁਹਾਡੇ ਤੋਂ ਮੇਰੇ ਬੱਚਿਆਂ ਨੂੰ। ਤੇ ਜਿਸ ਸਮਾਜ ਦੇ ਅੰਦਰ 6-6 ਸਾਲ ਦੀਆਂ ਬੱਚੀਆਂ ਨੂੰ ਨਸ਼ਿਆਂ ਦੀ ਡੋਜ਼ ਦੇ ਕੇ ਖੇਖਵਾਰੀ ਖਾਣ ਵਾਲੇ ਲੋਕ ਹੋਣਗੇ, ਉੱਥੇ ਬੱਚਿਆਂ ਦਾ ਇਹ ਗੋਲ ਵਿਚਾਰਿਆਂ ਦਾ ਕਿੱਥੋਂ ਬਣ ਜਾਏਗਾ? ਐਸੇ ਮਾਹੌਲ ਵਿੱਚ ਐਸੇ ਬੱਚੇ ਕਿਵੇਂ ਪੈਦਾ ਹੋ ਜਾਣਗੇ? ਜਿੱਥੇ ਔਰਤਾਂ ਦੇ ਨਾਲ ਬਲਾਤਕਾਰ ਹੁੰਦੇ ਹੋਣਗੇ, ਜਿੱਥੇ ਰਿਸ਼ਵਤਖੋਰੀ, ਚੋਰ ਬਾਜ਼ਾਰੀ, 2 ਨੰਬਰ ਦੇ ਧੰਦਿਆਂ ਵਾਲੇ ਲੋਕ ਵਸਦੇ ਹੋਣਗੇ, ਈਰਖਾ ਦਵੇਸ਼ ਵਾਲੇ, ਉਸ ਮਾਹੌਲ ਦੇ ਅੰਦਰ ਐਸੇ ਬੱਚੇ। ਤਾਂ ਨਾਲ ਇੱਥੇ ਮਾਪਿਆਂ ਦਾ ਔਰ ਵੱਡਿਆਂ ਦਾ ਫਰਜ਼ ਵੀ ਦੱਸਿਆ ਜਾ ਰਿਹਾ ਹੈ ਕਿ ਤੁਹਾਡੇ ਇਹ ਫਰਜ਼ ਨੇ, ਐਸਾ ਮਾਹੌਲ ਪੈਦਾ ਕਰੋ ਜਿਸ ਮਾਹੌਲ ਦੇ ਅੰਦਰ ਬੱਚੇ ਐਸੇ ਬਣ ਸਕਣ। ਬੱਚਿਆਂ ਨੂੰ ਇਹ ਗੋਲ ਦਿਓ ਤੇ ਉਹਨਾਂ ਨੂੰ ਇਸ ਗੋਲ ਦੇ ਉੱਤੇ ਪਹੁੰਚਣ ਵਾਸਤੇ ਉਹਨਾਂ ਦਾ ਸਹਿਯੋਗ ਕਰੋ, ਐਸਾ ਮਾਹੌਲ ਪੈਦਾ ਕਰੋ, ਕਿਉਂਕਿ ਬੱਚਿਆਂ ਨੇ ਸਾਡੇ ਵਿੱਚੋਂ ਹੀ ਸਿੱਖਣਾ ਹੈ। ਜੋ ਅਸਾਂ ਸਿੱਖਿਆ ਸਮਾਜ ਚੋਂ ਸਿੱਖਿਆ ਹੈ। ਜੋ ਵੀ ਆ ਸਾਡੇ ਅੰਧ ਵਿਸ਼ਵਾਸ ਨੇ, ਅਸੀਂ ਚੰਗੇ ਆ ਜਾਂ ਮਾੜੇ ਆ, ਚੰਗਾ ਮਾੜਾ ਜੋ ਵੀ ਸੋਚਦੇ ਆ, ਸਮਾਜ ਵਿੱਚੋਂ ਸਿੱਖਿਆ ਹੈ। ਸਾਡੇ ਬੱਚਿਆਂ ਨੇ ਵੀ ਸਾਡੇ ਤੋਂ ਸਿੱਖਣਾ ਹੈ। ਇਸ ਲਈ ਜੈਸਾ ਸਾਡੇ ਕਰਮ ਹੋਣਗੇ, ਬਿਹੇਵੀਅਰ ਹੋਏਗਾ, ਵੈਸਾ ਅੱਗੋਂ ਬੱਚਿਆਂ ਦਾ ਬਣ ਜਾਏ। ਤਾਂ ਗੁਰੂ ਜੀ ਕਹਿੰਦੇ ਨੇ ਇਹ ਸਾਰਾ ਕੁਛ ਨੂੰ, ਸਿਸਟਮ ਨੂੰ ਬਦਲੋ, ਬੱਚਿਆਂ ਵਾਸਤੇ ਇਹ ਗੋਲ ਪੈਦਾ ਕਰੋ ਔਰ ਆਪਣੇ ਫਰਜ਼ ਪੂਰੇ ਕਰੋ। ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਆਨੰਦ ਆਨੰਦ ਅਨੰਤਾ। ਆਨੰਦ ਨਹੀਂ, ਆਨੰਦ ਅਨੰਤਾ। ਅਨੰਤਾ ਦਾ ਮਤਲਬ ਬੇਅੰਤ। ਅੰਮ੍ਰਿਤ ਪੀਵੋ ਕਿ ਹੇ ਬੱਚੇ, ਤੈਨੂੰ ਅਸ਼ੀਸ਼ ਦਿੰਦੀ ਆ ਕਿ ਤੂੰ ਆਤਮਿਕ ਜੀਵਨ ਦੇਣ ਵਾਲਾ ਨਾਮ ਜਲ ਪੀ। ਯਾਨੀ ਐਸਾ ਖੁਰਾਕ, ਐਸਾ ਭੋਜਨ ਜਿਸ ਨਾਲ ਆਤਮਿਕ ਜੀਵਨ ਮਿਲੇ, ਇਨਸਾਨੀਅਤ ਵਾਲੀ ਜ਼ਿੰਦਗੀ, ਸਤ ਸੰਤੋਖ, ਦਇਆ, ਧਰਮ, ਧੀਰਜ। ਸਦਾ ਚਿਰ ਜੀਵੋ। ਸਦਾ ਚਿਰ ਜੀਵੋ ਦਾ ਮਤਲਬ ਸਦਾ ਲਈ ਤੇਰਾ ਉੱਚਾ ਆਤਮਿਕ ਬਣਿਆ ਰਹੇ, ਹਮੇਸ਼ਾ ਵਾਸਤੇ, ਜਿੰਨੀ ਵੀ ਜ਼ਿੰਦਗੀ ਜੀਵੇਂ, ਆਤਮਿਕ ਜੀਵਨ ਜੀਵੇਂ। ਸਦਾ ਚਿਰ ਜੀਵੋ, ਚਿਰ ਲੰਬਾ ਜੀਵਨ, ਆਤਮਿਕ ਜੀਵਨ। ਆਤਮਿਕ ਜੀਵਨ ਦੇਣ ਵਾਲੇ ਨਾਮ ਜਲ ਨੂੰ ਵਰਤ, ਰੱਬੀ ਗੁਣਾਂ ਦੀ ਖੁਰਾਕ ਔਰ ਲੰਬਾ ਆਤਮਿਕ ਜੀਵਨ ਜੀ। ਤੇ ਨਾਲ ਦੱਸ ਰਹੇ ਨੇ ਹਰ ਸਿਮਰਤ ਆਨੰਦ ਅਨੰਤਾ, ਕਿ ਇਹ ਬੱਚੇ ਪ੍ਰਭੂ ਦੇ ਗੁਣ ਗਾਨ ਨਾਲ, ਪ੍ਰਭੂ ਦੀ ਸਿਫਤ ਸਲਾਹ ਕਰਨ ਦੇ ਨਾਲ ਆਨੰਦ ਅਨੰਤ ਬਣਿਆ ਰਹਿੰਦਾ ਹੈ। ਅਨੰਤ ਅਨੰਤ ਆਨੰਦ ਬਣਿਆ ਰਹਿੰਦਾ ਹੈ। ਜੀਵਨ ਵਿੱਚ ਬੜੀਆਂ ਵੱਡੀਆਂ ਖੁਸ਼ੀਆਂ ਬਣੀਆਂ ਰਹਿੰਦੀਆਂ ਨੇ। ਇਸ ਲਈ ਇਹ ਬੱਚੇ, ਮੈਂ ਤੈਨੂੰ ਅਸ਼ੀਸ਼ ਦਿੰਦੀ ਆ
कि तू रब्बी गुणा दा धारनी हो, आत्मक जीवन जी और सदा वास्ते आत्मक जीवन जी, ये तैनू आशीष है। यानी बच्चों का गोल कि रब्बी गुणा नू वो याद रखन, रब्बी गुण याद रख के आत्मक जीवन जीण और सारी जिंदगी लंबा जीवन आत्मक जीवन जीण। ये तो बच्चों वास्ते होना चाहिए गोल कि साडे बच्चे, साडा आने वाला समाज ऐसा होवे। ते ऐसे बच्चे ਜਾਂ ऐसा समाज आने वाला बनाने ਲਈ अपने आप ਤਾਂ बन नहीं जाना, साडे फर्ज की ने। हुण बच्चों ਨੂੰ आत्मक खुराक कित्थों मिलेगी? घरां चों। जे घरां विच झूठ बोलोगे, नफरत दे बीज बीजोगे, पति पत्नी लड़दे रहोगे, घर विच कलेश होएगा, आंढी गुआंढी झूठ बोल रहे ने, समाज विच जो कुछ पसरिया होया है उथों बच्चे। ਤਾਂ ਬੱਚਿਆਂ ਦਾ ਐਸਾ ਗੋਲ ਮਿਥਣਾ ਔਰ ਉਹਨਾਂ ਵਾਸਤੇ ਐਸਾ ਮਾਹੌਲ ਪੈਦਾ ਕਰਨਾ, ਇਹ ਸਾਡਾ ਫਰਜ਼ ਹੈ। ਤਾਂ ਬੱਚੇ ਐਸੇ ਬਣਨਗੇ ਨਾ। ਸਾਡਾ ਵੀ ਫਰਜ਼ ਹੈ, ਅਸੀਂ ਆਪਣੇ ਫਰਜ਼ਾਂ ਤੋਂ ਭਗੌੜੇ ਨਹੀਂ ਹੋ ਸਕਦੇ। ਔਰ ਜੇ ਅਸੀਂ ਐਸਾ ਮਾਹੌਲ ਨਾ ਸਿਰਜਿਆ ਤਾਂ ਫਿਰ ਸਾਨੂੰ ਪਛਤਾਣਾ ਪਵੇਗਾ। ਆਉਣ ਵਾਲੀਆਂ ਪੀੜ੍ਹੀਆਂ ਸਾਨੂੰ ਲਾਹਨਤਾਂ ਪਾਣਗੀਆਂ ਕਿ ਜਿਹੜੇ ਪਿਛਲੇ ਸਾਡੇ ਬਜ਼ੁਰਗ ਜਿਉਂਦੇ ਸਨ, ਉਹਨਾਂ ਨੇ ਕੀ ਕੀਤਾ ਆਉਣ ਵਾਲੇ ਸਮਾਜ ਵਾਸਤੇ, ਉਹ ਕੈਸੀ ਜ਼ਿੰਦਗੀ ਦੇ ਕੇ ਗਏ। रंग तमाशा पूर्ण आशा कभे न व्यापै चिंता, कभे न व्यापै चिंता। रंग तमाशा का मतलब आत्मक खुशियां मिलियां रहन तेनू। पूर्ण आशा का मतलब तेरियां आशा पूरियां होन, आशावां तृष्णावां तो तू बचा रहे, आत्मक खुशियां तू मानदा रहे। कभे न व्यापै चिंता, और तेनू कदे भी चिंता ना व्यापे। आत्मक खुशियां प्राप्त रहणगियां जे तू रब्बी गुणां नाल जुड़ेगा। आसावां पूरियां हो जाणगियां, यानी आसावां तृष्णावां मिट जाणगियां, और कदे चिंता ना व्यापेगी। ये बच्चों वास्ते गोल है कि आत्मक खुशियां वो मानन, विषय विकारां दीयां आशावां तो बचन और चिंता रोग दे शिकार ना होण। ये बच्चों वास्ते गोल कि ऐसी जिंदगी जीवो। ते ऐसी जिंदगी विच साडा रोल असीं की करना है, ਇਹੋ ਜਿਹਾ ਮਾਹੌਲ ਕ੍ਰੀਏਟ ਕਰਨਾ ਹੈ ਕਿ ਜਿੱਥੇ ਆਤਮਕ ਖੁਸ਼ੀਆਂ ਹੋਣ। ਆਪਣੇ ਘਰਾਂ ਪਰਿਵਾਰਾਂ ਦਾ ਐਸਾ ਮਾਹੌਲ ਬਣਾਓ, ਪਤੀ ਪਤਨੀ ਮਾਂ-ਬਾਪ ਜੋ ਵੀ ਘਰ ਵਿੱਚ ਨਾਨੀ ਨਾਨਾ ਦਾਦੀ ਦਾਦੇ ਹਾਂ, ਆਂਢ ਗੁਆਂਢ ਵਿੱਚ ਜੋ ਅਸੀਂ ਸਾਰੇ ਲੋਕ ਆ, ਸਮਾਜ ਅੰਦਰ ਜ਼ਿੰਦਗੀ ਜੀ ਰਹੇ, ਐਸਾ ਮਾਹੌਲ ਕ੍ਰੀਏਟ ਕਰੋ ਜਿੱਥੇ ਆਤਮਕ ਖੁਸ਼ੀਆਂ ਹੋਣ, ਜਿੱਥੇ ਸਾਡੇ ਮਨਾਂ ਵਿੱਚ ਆਸ਼ਾਵਾਂ ਤ੍ਰਿਸ਼ਨਾਵਾਂ ਨਾ ਹੋਣ ਔਰ ਅਸੀਂ ਚਿੰਤਾਵਾਂ ਤੋਂ ਰਹਿਤ ਜ਼ਿੰਦਗੀ ਜੀਣ ਦਾ ਮਾਹੌਲ ਕ੍ਰੀਏਟ ਕਰੀਏ। ਤਾਂ ਬੱਚੇ ਪਲਣਗੇ ਨਾ ਐਸੇ ਬੱਚੇ, ਤਾਂ ਆਉਣ ਵਾਲਾ ਸਮਾਜ ਚਿੰਤਾਵਾਂ ਤੋਂ ਮੁਕਤ ਹੋਏਗਾ। ਤਾਂ ਗੁਰੂ ਜੀ ਇੱਕ ਐਸੇ ਸਮਾਜ ਦੀ ਸਿਰਜਣਾ ਚਾਹੁੰਦੇ ਨੇ ਜਿੱਥੇ ਬੰਦਾ ਆਤਮਕ ਖੁਸ਼ੀਆਂ ਮਾਣੇ, ਜਿੱਥੇ ਬੰਦਾ ਆਸਾਵਾਂ ਤ੍ਰਿਸ਼ਨਾਵਾਂ ਤੋਂ ਬਚਿਆ ਹੋਏ ਔਰ ਜਿੱਥੇ ਚਿੰਤਾ ਵਾਲਾ ਮਾਹੌਲ ਨਾ ਹੋਵੇ। ਭਵਰ ਤੁਮਾਰਾ ਇਹ ਮਨ ਹੋਵੋ, ਹਰ ਚਰਣਾ ਹੋ ਕੌਲਾ। ਹੋਵੋ ਦਾ ਮਤਲਬ ਹੋਵੇ ਕਿ हे ਪੁੱਤਰ ਤੇਰਾ ਇਹ ਮਨ ਭੌਰਾ ਬਣਿਆ ਰਵੇ। ਜਿਵੇਂ ਭੌਰਾ ਹੈ ਨਾ, ਕਮਲ ਦੇ ਫੁੱਲ ਦੇ ਵਿੱਚ ਜਾ ਕੇ ਬਹਿੰਦਾ ਹੈ, ਉਹਦੀ ਸੁਗੰਧ, ਉਹਦਾ ਮਕਰੰਦ ਰਸ ਮਾਣਦਾ ਹੈ। ਸ਼ਾਮ ਨੂੰ ਕਮਲ ਦਾ ਫੁੱਲ ਬੰਦ ਹੋ ਜਾਂਦਾ ਹੈ, ਭੌਰੇ ਦੀ ਮੌਤ ਹੋ ਜਾਂਦੀ ਹੈ, ਪਰ ਕਮਲ ਨੂੰ ਛੱਡਦਾ ਨਹੀਂ। ਕਮਲ ਦੇ ਵਿੱਚ ਮੌਤ ਹੋ ਜਾਂਦੀ ਹੈ ਔਰ ਭੌਰਾ ਜਿਹੜਾ ਹੈ ਗੰਦਗੀ ਤੇ ਨਹੀਂ ਬਹਿੰਦਾ। ਭੰਵਰਾ ਕਮਲ ਦੇ ਫੁੱਲ ਦੀ ਸੁਗੰਧ ਲੈਂਦਾ ਹੈ, ਫੁੱਲਾਂ ਦੀ ਸੁਗੰਧ ਲੈਂਦਾ ਹੈ। ਤਾਂ ਗੁਰੂ ਜੀ ਅਸ਼ੀਸ਼ ਦੇ ਰਹੇ ਨੇ ਕਿ ਐ ਸਿੱਖ ਬੱਚੇ, ਐ ਪੁੱਤਰ, ਮੈਂ ਤੈਨੂੰ ਇਹ ਅਸ਼ੀਸ਼ ਦਿੰਦਾ ਹਾਂ ਕਿ ਤੇਰਾ ਮਨ ਭੌਰਾ ਬਣਿਆ ਰਹੇ ਪ੍ਰਭੂ ਦੇ ਚਰਨ ਕਮਲਾਂ ਦਾ, ਰੱਬੀ ਗੁਣਾਂ ਦਾ। ਔਰ ਰੱਬੀ ਜੋ ਗੁਣ ਨੇ ਉਹ ਤੇਰੇ ਵਾਸਤੇ ਕਮਲ ਦਾ ਫੁੱਲ ਬਣ ਜਾਣ। ਤੂੰ ਹਮੇਸ਼ਾ ਰੱਬੀ ਗੁਣਾਂ ਦਾ ਆਨੰਦ ਮਾਣਦਾ ਰਹੇ। ਜਿਵੇਂ ਭੌਰਾ ਪ੍ਰੀਤ ਕਰਦਾ ਹੈ ਕਮਲ ਦੇ ਨਾਲ, ਐਵੇਂ ਤੇਰੀ ਪ੍ਰੀਤ ਰੱਬੀ ਗੁਣਾਂ ਨਾਲ, ਗੁਰੂ ਦੇ ਦਿੱਤੇ ਵੇ ਆਫ ਲਾਈਫ ਨਾਲ ਹੋਵੇ। ਐਸੀ ਪ੍ਰੀਤ ਹੋਵੇ ਕਿ ਤੂੰ ਮਰ ਤੇ ਬੇਸ਼ੱਕ ਜਾਏ ਲੇਕਿਨ ਰੱਬੀ ਗੁਣਾਂ ਨੂੰ ਨਾ ਛੱਡੇ। ਇਹ ਤਾਂ ਹੋ ਗਿਆ ਬੱਚਿਆਂ ਦਾ ਗੋਲ। ਤੇ ਐਸਾ ਮਾਹੌਲ ਕ੍ਰੀਏਟ ਕਿਵੇਂ? ਬੱਚਿਆਂ ਦੇ ਅੰਦਰ ਇਹ ਸ਼ੌਕ ਕਿੱਥੋਂ ਪੈਦਾ ਹੋਏਗਾ? ਕਿ ਝੂਠ ਬੋਲਣ ਵਾਲੇ ਲੋਕਾਂ ਦੇ ਵਿੱਚੋਂ। ਤਾਂ ਸਾਡਾ ਇਹ ਫਰਜ਼ ਹੈ ਕਿ ਅਸੀਂ ਵੀ ਆਪਣੇ ਮਨ ਨੂੰ ਰੱਬੀ ਗੁਣਾਂ ਦਾ ਭੌਰਾ ਬਣਾਈਏ, ਇਹੋ ਜਿਹਾ ਮਾਹੌਲ ਕ੍ਰੀਏਟ ਕਰੀਏ ਜਿਸ ਘਰ ਪਰਿਵਾਰ ਦੇ ਅੰਦਰ ਮਾਂ ਬਾਪ, ਦਾਦੀ ਦਾਦਾ, ਨਾਨੀ ਨਾਨਾ, ਜਿਸ ਦੇ ਗੁਆਂਢ ਦੇ ਅੰਦਰ, ਸਮਾਜ ਦੇ ਅੰਦਰ ਸ਼ੁਭ ਗੁਣਾਂ ਵਾਲੇ, ਮਿੱਠ ਬੋਲੜੇ, ਇਮਾਨਦਾਰ ਲੋਕ ਹੋਣਗੇ। ਉੱਥੇ ਬੱਚੇ ਇਹੀ ਕੁਝ ਸਿੱਖਣਗੇ।
ਤੇ ਜਿੱਥੇ ਘਰ ਦੇ ਅੰਦਰ ਕਲ ਕਲੇਸ਼, ਝੂਠ, ਫਰੇਬ, ਠੱਗੀਆਂ ਨੇ, ਉੱਥੇ ਬੱਚੇ ਵਿਚਾਰੇ ਗੁਣ ਸਿੱਖਣਗੇ ਕਿੱਥੋਂ? ਉਹਨਾਂ ਨੇ ਤੇ ਸਾਡੇ ਤੋਂ ਹੀ ਸਿੱਖਣਾ ਨਾ। ਸਾਡਾ ਨਾਲ ਫਰਜ਼ ਵੀ ਦੱਸਿਆ ਜਾ ਰਿਹਾ ਹੈ, ਆਉਣ ਵਾਲੇ ਭਵਿੱਖ ਵਾਸਤੇ ਪਲੈਨਿੰਗ ਕੀਤੀ ਜਾ ਰਹੀ ਹੈ, ਬੱਚਿਆਂ ਨੂੰ ਗੋਲ ਦਿੱਤਾ ਜਾ ਰਿਹਾ ਹੈ। ਅਖੀਰ ਵਿੱਚ ਕਹਿੰਦੇ ਨੇ, ਨਾਨਕ ਦਾਸ ਉਹਨੂੰ ਸੰਗ ਲਪਟਾਇਓ, ਜਿਉਂ ਬੂੰਦੇ ਹੈ ਚਾਤਰਿਕ ਮੌਲਾ। ਤਾਂ ਗੁਰੂ ਜੀ ਕਹਿੰਦੇ ਨੇ, ਹੇ ਨਾਨਕ ਆਖ ਕਿ ਪ੍ਰਭੂ ਦਾ ਸੇਵਕ ਉਹਨਾਂ ਚਰਨਾਂ ਦੇ ਨਾਲ, ਰੱਬੀ ਗੁਣਾਂ ਦੇ ਨਾਲ ਇੰਜ ਲਪਟਿਆ ਰਹਿੰਦਾ ਹੈ ਜਿਵੇਂ ਪਪੀਹਾ ਵਰਖਾ ਦੀ ਬੂੰਦ ਪੀ ਕੇ ਖਿੜਦਾ ਹੈ। ਪਪੀਹੇ ਨੂੰ, ਚਾਤਰਿਕ ਨੂੰ ਜਦੋਂ ਵਰਖਾ ਦੀ ਬੂੰਦ ਮਿਲਦੀ ਹੈ ਤੇ ਉਹ ਖੁਸ਼ ਹੁੰਦਾ ਹੈ। ਉਹਦੇ ਵੱਲੋਂ ਸਮੁੰਦਰ ਠਾਠਾਂ ਮਾਰਦਾ ਹੋਵੇ, ਨਦੀਆਂ ਵਿੱਚ ਹੜ੍ਹ ਆਇਆ ਹੋਵੇ, ਤੇ ਜੇ ਪਪੀਹੇ ਨੂੰ ਪਾਣੀ ਦੀ ਬੂੰਦ ਨਾ ਮਿਲੇ, ਤਾਂ ਆਕਾਸ਼ ਦੀ ਬੂੰਦ, ਬਰਸਾਤ ਦੀ, ਤਾਂ ਉਹ ਖੁਸ਼ ਨਹੀਂ ਹੁੰਦਾ। ਉਹਨੂੰ ਖੁਸ਼ੀ ਹੁੰਦੀ ਹੈ ਜਦੋਂ ਬਰਸਾਤ ਪੈਂਦੀ ਹੈ, ਬਰਸਾਤ ਦੀ ਬੂੰਦ ਉਹਦੇ ਮੂੰਹ 'ਚ ਪੈਂਦੀ ਹੈ, ਉਦੋਂ। ਇਸੇ ਤਰ੍ਹਾਂ ਗੁਰੂ ਜੀ ਕਹਿੰਦੇ ਨੇ, ਰੱਬ ਦੇ ਦਾਸ ਨੂੰ ਪ੍ਰਸੰਨਤਾ ਉਦੋਂ ਮਿਲਦੀ ਹੈ ਜਦੋਂ ਉਹਦੇ ਅੰਦਰ ਸੱਚ ਪੈਂਦਾ ਹੈ, ਜਦੋਂ ਉਹ ਸੱਚ ਦੇ ਨਾਲ ਜੁੜਦਾ ਹੈ। ਤਾਂ ਗੁਰੂ ਪਾਤਸ਼ਾਹ ਜੀ ਗੋਲ ਦੇ ਰਹੇ ਨੇ ਬੱਚਿਆਂ ਵਾਸਤੇ, ਮਾਂ-ਬਾਪ ਦੇ ਰੂਪ ਦੇ ਅੰਦਰ। ਮਾਂ-ਬਾਪ ਨੂੰ ਸਮਝਾਇਆ ਜਾ ਰਿਹਾ ਹੈ ਕਿ ਐਸਾ ਗੋਲ ਆਪਣੇ ਬੱਚਿਆਂ ਨੂੰ ਦਿਓ। ਗੁਰੂ ਜੀ ਆਪ ਆਪਣੇ ਸਿੱਖ ਬੱਚਿਆਂ ਨੂੰ ਗੋਲ ਦੇ ਰਹੇ ਨੇ। ਸ਼ਬਦ ਗੁਰੂ ਅਰਜਨ ਦੇਵ ਜੀ ਦਾ ਹੈ, ਮਾਂ ਦੇ ਰੂਪ ਵਿੱਚ ਸਾਨੂੰ ਗੋਲ ਦੇ ਰਹੇ ਨੇ, ਕਿਉਂਕਿ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਵਰਾ, ਗੁਰੂ ਸਾਡੀ ਮਾਂ ਵੀ ਹੈ, ਗੁਰੂ ਸਾਡਾ ਪਿਓ ਵੀ ਹੈ, ਗੁਰੂ ਸਾਡਾ ਪਰਮੇਸ਼ਰ ਵੀ ਹੈ। ਔਰ ਗੁਰੂ ਜੀ ਸਾਨੂੰ ਗੋਲ ਦੇ ਰਹੇ ਨੇ ਕਿ ਐਵੇਂ ਦੀ ਤੁਸੀਂ ਜ਼ਿੰਦਗੀ ਜੀਣੀ ਹੈ। ਤੇ ਦੇਖੋ, ਗੁਰੂ ਨੇ ਆਪ ਮਾਹੌਲ ਉਸ ਵੈਸਾ ਹੀ ਹੈ। ਗੁਰੂ ਦੀ ਜ਼ਿੰਦਗੀ ਦੇਖੋ, ਗੁਰੂ ਜੀ ਸੱਚ ਦੇ ਨਾਲੋਂ ਇੱਕ ਪਲ ਵਾਸਤੇ ਵੀ ਦੂਰ ਨਹੀਂ ਹਨ। ਜੇ ਭੌਰੇ ਦੀ ਗੱਲ ਕੀਤੀ ਹੈ, ਚਾਤਰਿਕ ਦੀ ਕੀਤੀ ਹੈ, ਤੇ ਆਪ ਤੱਤੀਆਂ ਤਵੀਆਂ ਤੇ ਬਹਿ ਕੇ ਵੀ ਸੱਚ ਨਹੀਂ ਛੱਡਿਆ। ਚਾਂਦਨੀ ਚੌਕ ਦੇ ਅੰਦਰ ਆਪਣਾ ਸ਼ੀਸ਼ ਉਤਰਵਾ ਕੇ ਵੀ ਸੱਚ ਨਹੀਂ ਛੱਡਿਆ। ਸੱਚ ਵਾਸਤੇ ਕੁਰਬਾਨ ਹੋਏ ਨੇ, ਸ਼ਹੀਦ ਹੋਏ ਨੇ। ਗੁਰੂ ਗੋਬਿੰਦ ਸਿੰਘ ਨੇ ਆਪਣੇ ਬੱਚੇ ਆਪਣੇ ਸਾਹਮਣੇ ਸ਼ਹੀਦ ਹੁੰਦੇ ਵੇਖੇ ਨੇ, ਆਪਣੇ ਮਾਸੂਮ ਬੱਚਿਆਂ ਨੂੰ ਨੀਹਾਂ ਦੇ ਅੰਦਰ ਚੁਣਾਇਆ ਹੈ, ਮਾਂ-ਬਾਪ ਨੂੰ ਸ਼ਹੀਦ ਕਰਾਇਆ ਹੈ, ਆਪਣੇ ਸੀਨੇ ਦੇ ਅੰਦਰ ਛੁਰਾ ਖਾਧਾ ਹੈ, ਪਰ ਸੱਚ ਨੂੰ ਨਹੀਂ ਛੱਡਿਆ। ਤਾਂ ਇਹ ਗੱਲਾਂ ਕਹੀਆਂ ਨੇ। ਉਹਨਾਂ ਦਾ ਆਪਣਾ ਜੀਵਨ ਵੀ ਵੈਸਾ ਹੈ, ਤਾਂ ਹੀ ਐਸਾ ਹੋ ਸਕੇਗਾ ਨਾ। ਇਸ ਲਈ ਅਸੀਂ ਆਪ ਐਸੀ ਜ਼ਿੰਦਗੀ ਜੀਣੀ ਹੈ, ਤਾਂ ਅਸੀਂ ਬੱਚਿਆਂ ਨੂੰ ਕਵਾਂਗੇ, ਤਾਂ ਸਾਡਾ ਬੱਚਿਆਂ ਦੇ ਉੱਤੇ ਅਸਰ ਵੀ ਹੋਏਗਾ। ਤੇ ਜੇ ਅਸੀਂ ਆਪ ਝੂਠ ਫਰੇਬ ਬੋਲਦੇ ਰਹਾਂਗੇ, ਆਪ ਮਨਮਤਾਂ ਵਾਲੀਆਂ ਜ਼ਿੰਦਗੀਆਂ ਜੀਂਦੇ ਰਹਾਂਗੇ, ਤੇ ਬੱਚਿਆਂ ਤੋਂ ਐਸੀ ਆਸ ਰੱਖਾਂਗੇ, ਤਾਂ ਫਿਰ ਸਾਨੂੰ ਨਿਰਾਸ਼ਾ ਹੱਥ ਲੱਗੇਗੀ। ਇਸ ਲਈ ਅਸੀਂ ਆਪਣੇ ਬੱਚਿਆਂ ਵਾਸਤੇ ਐਸਾ ਗੋਲ ਬਣਾਈਏ, ਐਸੀਆਂ ਅਸ਼ੀਸਾਂ ਦੇਵੀਏ, ਔਰ ਆਪਣੇ ਇਹਨਾਂ ਫਰਜ਼ਾਂ ਨੂੰ ਨਿਭਾਈਏ। ਜੇ ਇਹ ਸ਼ਬਦ ਦੇ ਅੰਦਰ ਜੋ ਭਾਵਨਾ ਗੁਰੂ ਜੀ ਦੀ ਹੈ, ਜੋ ਮੈਨੂੰ ਸਮਝ ਆਈ ਹੈ, ਜਿਸ ਹਿਸਾਬ ਨਾਲ ਮੈਂ ਆਪ ਦੇ ਨਾਲ ਵਿਚਾਰ ਕੀਤੀ ਹੈ, ਜੇ ਇਸ ਐਂਗਲ ਤੋਂ ਇਹ ਸ਼ਬਦ ਨੂੰ ਵਿਚਾਰ ਕੇ ਜੇ ਇਹ ਸ਼ਬਦ ਨੂੰ ਗੋਲ ਬਣਾ ਲਿਆ ਜਾਏ ਔਰ ਇਹਦੇ ਮੁਤਾਬਕ ਅਸੀਂ ਜ਼ਿੰਦਗੀ ਜੀਵੀਏ, ਤਾਂ ਪੂਰੇ ਸਮਾਜ ਨੂੰ ਬਦਲਿਆ ਜਾ ਸਕਦਾ ਹੈ, ਪੂਰੇ ਸੰਸਾਰ ਅੰਦਰ ਸ਼ਾਂਤੀ ਆ ਸਕਦੀ ਹੈ, ਹਰ ਇਨਸਾਨ ਪਾਪਾਂ ਵਿਕਾਰਾਂ ਤੋਂ ਰਹਿਤ ਹੋ ਸਕਦਾ ਹੈ, ਸਮਾਜ ਨੂੰ ਵਿਕਾਰਾਂ ਤੋਂ, ਪਾਪਾਂ ਤੋਂ, ਅਪਰਾਧਾਂ ਤੋਂ ਔਰ ਚਿੰਤਾਵਾਂ ਤੋਂ ਮੁਕਤ ਕੀਤਾ ਜਾ ਸਕਦਾ ਹੈ। ਤਾਂ ਗੁਰੂ ਜੀ ਰਹਿਮਤ ਔਰ ਬਖਸ਼ਿਸ਼ ਕਰਨ ਕਿ ਅਸੀਂ ਇਹਨਾਂ ਭਾਵਨਾਵਾਂ ਨੂੰ ਸਮਝੀਏ ਔਰ ਐਸੀ ਜ਼ਿੰਦਗੀ ਜੀ ਕੇ ਆਪਣੇ ਜੀਵਨ ਨੂੰ ਸਫਲ ਔਰ ਸੁਚੱਜਾ ਕਰਨ ਦਾ ਯਤਨ ਕਰੀਏ।